ਹੈਲੋ एवरीवन। ਅੱਜ ਅਸੀਂ ਆਪਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਦਾ ਲੈਕਚਰ 4 ਦੇਖ ਰਹੇ ਹਾਂ। ਆਪਣੇ ਵਾਅਦੇ ਮੁਤਾਬਿਕ ਆਪਾਂ ਟੌਪਿਕ ਵਾਈਜ਼ MCQs ਕਰਨੇ ਨੇ। ਆਪਣੇ ਹੁਣ ਤੱਕ ਜੇ ਆਪਾਂ ਗੱਲ ਕਰੀਏ, ਠੀਕ ਹੈ, ਲੈਕਚਰ 3 'ਚ ਫਸਟ ਟੌਪਿਕ, ਸੈਕਿੰਡ 'ਚ ਆਪਾਂ ਨੇ ਫਸਟ ਟੌਪਿਕ ਕੀਤਾ ਸੀ, 3 'ਚ ਸੈਕਿੰਡ ਟੌਪਿਕ ਕੀਤਾ ਸੀ। ਇਹ ਆਪਣਾ 3rd ਟੌਪਿਕ ਹੈ ਡਨ, ਜਿਸ ਦਾ ਨਾਮ ਹੈ ਵੰਸ਼ ਪਰੰਪਰਾ ਅਤੇ ਵਾਤਾਵਰਨ ਪ੍ਰਭਾਵ। ਇਸ ਦੇ ਉੱਪਰ ਆਪਾਂ ਅੱਜ ਇਸ ਨੂੰ ਸਮਝਣ ਲਈ ਆਪਾਂ ਪ੍ਰਸ਼ਨ ਉੱਤਰ ਦਾ ਸਹਾਰਾ ਲਵਾਂਗੇ ਡਨ, ਅਤੇ ਉਸ ਦੁਆਰਾ ਸਮਝਣ ਦੀ ਕੋਸ਼ਿਸ਼ ਕਰਾਂਗੇ ਡਨ। ਸੋ ਤੁਹਾਨੂੰ ਜੇ ਕਿੱਥੇ ਵੀ ਕੋਈ ਪ੍ਰੋਬਲਮ ਆਵੇ ਜ਼ਰੂਰ ਪੁੱਛਣਾ ਡਨ। ਇੱਕ ਹੋਰ ਸੈਕਿੰਡ ਜਿਹੜਾ ਲੈਕਚਰ ਸੀ ਉਸ ਵਿੱਚ ਜਿਹੜਾ ਪਹਿਲਾ ਕੁਐਸਚਨ ਸੀ ਉਹ ਸਰੋਈਆਂ ਨਹੀਂ ਸੀ, ਮਾफ़ ਕਰਨਾ, ਉਹ ਸ਼੍ਰੇਣੀਆਂ ਸੀ। ਠੀਕ ਹੈ, ਇਸ ਨੂੰ ਤੁਸੀਂ ਕਰੈਕਟ ਕਰ ਲੈਣਾ। ਠੀਕ ਹੈ, ਮੇਰੇ ਤੋਂ ਕਿਤੇ ਮਿਸਟੇਕ ਹੋ ਗਈ, ਇਹ ਸ਼੍ਰੇਣੀਆਂ ਹੈ ਨਾ ਕਿ ਸਰੋਈਆਂ ਡਨ। ਤਾਂ ਉਹ ਇਸ ਲੈਕਚਰ 'ਚ ਜੇ ਤੁਹਾਨੂੰ ਕਿੱਥੇ ਕੋਈ ਚੀਜ਼ ਜਿਵੇਂ ਗੁਣ ਨੂੰ ਜੇ ਗਲਤ ਇਵੇਂ ਪਾਇਆ ਹੋਇਆ ਤਾਂ ਸਮਝ ਲੈਣਾ ਉਹ ਗੁਣ ਦੀ ਗੱਲ ਕਰ ਰਿਹਾ। ਠੀਕ ਹੈ, ਵਾਵਾ ਜੇ ਗਲਤੀ ਨਾਲ ਹੋਇਆ ਤਾਂ ਉਸਨੇ ਨਾਣਾ ਸਮਝ ਲੈਣਾ। ਠੀਕ ਹੈ, ਟੈਸਟ ਮਿਸਟੇਕ ਹੋ ਸਕਦੀ ਹੈ ਡਨ, ਟਾਈਪਿੰਗ ਦੀ ਮਿਸਟੇਕ ਹੋ ਸਕਦੀ ਹੈ। ਸੋ ਇਸੇ ਕਰਕੇ ਮੈਂ ਪਹਿਲਾਂ ਹੀ ਮਾफ़ੀ ਮੰਗ ਰਿਹਾ ਤੁਹਾਡੇ ਤੋਂ ਡਨ। ਤਾਂ ਅੱਜ ਆਪਾਂ ਜਿਵੇਂ ਚਾਈਲਡ ਡਿਵੈਲਪਮੈਂਟ ਦੇ ਹਰ ਇੱਕ ਟੌਪਿਕ ਹੁੰਦੇ ਵਿੱਚ, ਤਾਂ ਉਸ ਮੁਤਾਬਿਕ ਆਪਾਂ ਅੱਜ ਵੰਸ਼ ਪਰੰਪਰਾ ਅਤੇ ਵਾਤਾਵਰਨ ਪ੍ਰਭਾਵ ਦੇਖਾਂਗੇ। ਇਸ ਦੇ ਉੱਪਰ ਆਪਾਂ ਅੱਜ ਪ੍ਰਸ਼ਨ ਉੱਤਰ ਦੇਖਾਂਗੇ ਡਨ। ਸੋ ਪਹਿਲਾ ਹੀ ਪ੍ਰਸ਼ਨ ਹੈ, ਕਿਸ ਚੀਜ਼ ਨਾਲ ਬੱਚੇ ਦਾ ਵਿਕਾਸ ਪ੍ਰਭਾਵਿਤ ਹੋ ਜਾਂਦਾ ਹੈ? ਕਿਸ ਚੀਜ਼ ਨਾਲ ਹੁੰਦਾ ਹੈ? ਮੈਂ ਤੁਹਾਨੂੰ ਦੱਸਿਆ ਸੀ ਅੰਦਰੂਨੀ ਅਤੇ ਬਾਹਰੀ ਕਾਰਕਾਂ ਨਾਲ ਬੱਚੇ ਦਾ ਜਿਹੜਾ ਵਿਕਾਸ ਹੈ ਪ੍ਰਭਾਵਿਤ ਹੁੰਦਾ ਹੈ। ਪਰੰਪਰਾ ਦਾ ਮੂਲ ਕੋਸ਼ ਕੀ ਹੈ? ਮੂਲ ਕੋਸ਼ ਕੀ ਹੈ ਪਰੰਪਰਾ ਦਾ? ਵੰਸ਼ ਹੈ। ਕੀ ਹੈ? ਵੰਸ਼ ਹੈ। ਉਸ ਤੋਂ ਬਾਅਦ ਬੱਚੇ ਦੀ ਸ਼ਖਸੀਅਤ ਉੱਤੇ ਕਿਸ ਚੀਜ਼ ਦਾ ਸਿੱਧੇ ਅਤੇ ਅਸਿੱਧੇ ਤੌਰ 'ਤੇ ਪ੍ਰਭਾਵ ਪੈਂਦਾ ਹੈ? ਜਿਵੇਂ ਕਦੇ ਕੁਐਸਚਨ ਪੁੱਛ ਲਿਆ ਜਾਵੇ, ਅਸਿੱਧੇ ਅਤੇ ਅਸਿੱਧੇ ਵਿੱਚ ਕਨਫਿਊਜ਼ ਨਹੀਂ ਹੋਣਾ। ਇਹਦਾ ਸਿੰਪਲ ਆਨਸਰ ਹੈ ਕਿ ਵੰਸ਼ ਦੇ ਆਧਾਰ 'ਤੇ। ਠੀਕ ਹੈ, ਵੰਸ਼ ਦੇ ਕਰਕੇ ਸਾਡੇ ਸਿੱਧੇ ਅਸਿੱਧੇ ਤੌਰ 'ਤੇ ਪ੍ਰਭਾਵ ਪੈਂਦਾ ਹੈ। ਠੀਕ ਹੈ, ਪੈਂਦਾ ਹੋਏਗਾ। ਠੀਕ ਹੈ, ਉਰੇ ਆਪ ਸਮਝ ਲੈਣਾ, ਉਰੇ ਪੈਂਦਾ ਹੋਏਗਾ। ਓਕੇ, ਵੰਸ਼ ਵਿੱਚ ਬੱਚੇ ਨੂੰ ਕੀ ਪ੍ਰਾਪਤ ਹੁੰਦਾ ਹੈ? ਵੰਸ਼ ਵਿੱਚ ਬੱਚੇ ਨੂੰ ਕੀ ਪ੍ਰਾਪਤ ਹੁੰਦਾ ਹੈ? ਠੀਕ ਹੈ, ਹੁਣ ਦੇਖੋ ਉਰੇ ਜੀਨ ਆ ਗਿਆ ਨਾ, ਤੁਸੀਂ ਕਹੋਗੇ ਯਾਰ ਤਾਂ ਨੋਰਮਲ ਸੀ, ਮਗਰ ਤੁਹਾਨੂੰ ਆਪ ਦੇਖ ਕੇ ਪਤਾ ਲੱਗ ਰਿਹਾ ਤੁਹਾਨੂੰ ਉਸ ਟਾਈਮ 'ਤੇ ਕੁਐਸਚਨ ਦਾ ਯਾਦ ਹੀ ਨਹੀਂ ਆਉਣਾ। ਜੇ ਤੁਸੀਂ ਪ੍ਰੈਕਟਿਸ ਨਹੀਂ ਕੀਤੀ ਹੋਏਗੀ ਤੁਹਾਨੂੰ ਯਾਦ ਹੀ ਨਹੀਂ ਆਉਣਾ ਡਨ। ਸੋ ਇਸੇ ਕਰਕੇ ਸਾਡੇ ਵੱਲੋਂ ਤੁਹਾਡੇ ਲਈ ਸਪੈਸ਼ਲ ਕੋਰਸ ਧਰਿਆ ਗਿਆ। ਇਸ ਕਰਕੇ ਨਹੀਂ ਧਰਿਆ ਗਿਆ ਕਿ ਤੁਸੀਂ ਆਪ ਹੀ ਕਰਦੇ ਸੀ, ਕਿਉਂ ਧਰਦੇ? ਸਾਡੀ ਪ੍ਰੈਕਟਿਸ ਲਈ, ਪ੍ਰੈਕਟਿਸ ਬਹੁਤ ਇੰਪੋਰਟੈਂਟ ਹੈ, ਇਸ ਦੇ ਬਿਨਾਂ ਤੁਸੀਂ ਕੁਝ ਨਹੀਂ ਹੋ ਡਨ। ਜੀਨ ਆਮ ਤੌਰ 'ਤੇ ਕਿਸ ਨੂੰ ਕਿਹਾ ਜਾਂਦਾ ਹੈ? ਦੱਸੋ। ਜੀਨ ਆਮ ਤੌਰ 'ਤੇ ਗੁਣੀ, ਠੀਕ ਹੈ, ਗੁਣੀ ਅਤੇ ਔਗੁਣਾਂ ਨੂੰ ਕਿਹਾ ਗਿਆ ਹੈ। ਔਗੁਣਾਂ ਨੂੰ ਕਿਹਾ ਗਿਆ ਹੈ। ਠੀਕ ਹੈ, ਹੁਣ ਧਿਆਨ ਨਾਲ ਸਮਝਣਾ। ਗੁਣੀ, ਮੈਂ ਪਹਿਲੇ ਕਹਿ ਰਿਹਾ ਮਿਸਟੇਕ ਤੁਸੀਂ ਆਪੇ ਕਰੈਕਟ ਕਰ ਲੈਣਾ, ਜੇ ਮਿਸਟੇਕ ਨਹੀਂ ਇੱਕ ਐਰਰ ਹੈ। ਠੀਕ ਹੈ, ਜਿਵੇਂ ਵਾਵਾ ਹੈ ਨਾ, ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁਣੀ ਅਤੇ ਔਗੁਣਾਂ ਨੂੰ ਕਿਹਾ ਗਿਆ ਹੈ। ਮਾਂ ਬਾਪ ਤੋਂ ਸੰਤਾਨ ਵਿੱਚ ਸਰੀਰਕ ਅਤੇ ਮਾਨਸਿਕ ਵਿਸ਼ੇਸ਼ਤਾਵਾਂ ਆ ਜਾਂਦੀਆਂ ਹਨ, ਕਿਸ ਨੇ ਕਿਹਾ ਹੈ? ਡਨ, ਇਸ ਤਰ੍ਹਾਂ ਦੇ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਆ। ਮਾਂ ਪਿਓ ਤੋਂ ਸੰਤਾਨ ਵਿੱਚ ਸਰੀਰਕ ਅਤੇ ਮਾਨਸਿਕ ਵਿਸ਼ੇਸ਼ਤਾਵਾਂ ਆ ਜਾਂਦੀਆਂ ਹਨ, ਇਹ ਕਿਸ ਨੇ ਕਿਹਾ? ਦੱਸੋ। ਇਹ ਕਿਹਾ ਜੇਮਸ ਡੁਅਰ ਨੇ ਕਿਹਾ ਡਨ। ਉਸ ਤੋਂ ਬਾਅਦ ਆਦਮੀ ਆਪੇ, ਸੋਰੀ ਮਾਫ਼ ਕਰਨਾ, ਫਿਰ ਉਰੇ ਆਪਣੇ, ਠੀਕ ਹੈ, ਆਦਮੀ ਆਪਣੇ ਮਾਂ ਬਾਪ ਰਾਹੀਂ ਆਪਣੇ ਪੂਰਵਜਾਂ ਦੀ ਵਿਸ਼ੇਸ਼ਤਾ ਪ੍ਰਾਪਤ ਕਰਦਾ ਹੈ, ਕਿਸ ਨੇ ਕਿਹਾ ਹੈ? ਆਦਮੀ ਆਪਣੇ ਮਾਂ ਬਾਪ ਰਾਹੀਂ ਆਪਣੇ ਪੂਰਵਜਾਂ ਦੀਆਂ ਵਿਸ਼ੇਸ਼ਤਾ ਪ੍ਰਾਪਤ ਕਰਦਾ ਹੈ, ਕਿਸ ਨੇ ਕਿਹਾ ਹੈ? ਇਹ ਕਿਹਾ MA ਪੈਟਰਸਨ ਨੇ ਕਿਹਾ। ਕਿੰਨੇ ਕਿਹਾ ਹੈ? MA ਪੈਟਰਸਨ ਨੇ ਕਿਹਾ ਡਨ। ਉਸ ਤੋਂ ਬਾਅਦ ਵੰਸ਼ ਪਰੰਪਰਾ ਜਨਮਜਾਤ ਵਿਅਕਤੀ ਗੁਣੀ ਦਾ ਜੋੜ ਫਲ ਹੈ। ਫਿਰ ਉਰੇ ਮੈਂ ਤੁਹਾਨੂੰ ਕਿਹਾ ਤੁਹਾਨੂੰ ਜਦੋਂ PDF ਦੇਵਾਂਗਾ ਤਾਂ ਬਿਲਕੁਲ ਕਰੈਕਟ ਕਰਕੇ ਦੇਵਾਂਗਾ। ਤੁਹਾਨੂੰ ਪਤਾ ਕਿ ਜੇ ਪੰਜਾਬੀ 'ਚ ਟੈਕਸਟ ਲਿਆਉਣਾ ਇੰਨਾ ਆਸਾਨ ਨਹੀਂ ਸੀ ਡਨ, ਕਿਉਂਕਿ ਇੰਗਲਿਸ਼ 'ਚ ਆਰਾਮ ਨਾਲ ਮਿਲ ਜਾਂਦਾ। ਪੰਜਾਬੀ ਟੈਕਸਟ ਬਣਾਉਣਾ, ਉਸਨੂੰ ਕੁਐਸਚਨ ਵਿੱਚ ਲਿਆਉਣਾ ਇੰਨਾ ਆਸਾਨ ਨਹੀਂ ਹੁੰਦਾ। ਤਾਂ ਉਰੇ ਜੇ ਕੋਈ ਗਲਤੀ ਹੋਈ, ਮੈਂ ਤੁਹਾਨੂੰ ਨਾਲ ਦੀ ਨਾਲ ਕਰੈਕਟ ਕਰ ਰਿਹਾ, ਤਾਂ ਪਲੀਜ਼ ਇਗਨੋਰ ਕਰਨਾ ਡਨ। ਤੁਸੀਂ ਸਾਨੂੰ ਵੀ ਸਮਝਣਾ, ਤਾਂ ਅਸੀਂ ਤੁਹਾਡੇ ਲਈ ਪੰਜਾਬੀ 'ਚ ਲੈ ਕੇ ਆਏ, ਨਹੀਂ ਤਾਂ ਮੈਂ ਇੰਗਲਿਸ਼ 'ਚ, ਦੇਖੋ ਮੇਰੇ ਕੋਲ ਇੰਗਲਿਸ਼ 'ਚ ਮੈਂ ਪੜ੍ਹਾਉਂਦਾ ਹੁੰਦਾ ਡਨ, ਕਿਉਂਕਿ ਇਹ ਇੱਕ ਨੋਰਮਲ ਲੈਂਗੁਏਜ ਪੜ੍ਹਾਉਂਦੇ ਹੁੰਦੇ ਆ। ਬਟ ਕਿਹਾ ਗਿਆ ਹੈ ਕਿ ਪੰਜਾਬੀ 'ਚ ਹੀ ਕਰਨਾ, ਤਾਂ ਬੜੀ ਮੁਸ਼ਕਿਲ ਨਾਲ ਇਸ ਨੂੰ ਪ੍ਰਸ਼ਨ ਉੱਤਰ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਕਿੱਥੇ ਕੋਈ ਨਾ ਕੋਈ ਗਲਤੀ ਰਹੇਗੀ, ਉਹਨੂੰ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਹਾਡੀ ਗਲਤੀ ਰਹੇਗੀ, ਮਤਲਬ ਮੈਂ PDF ਵਿੱਚ ਠੀਕ ਕਰ ਦਾਂਗਾ ਡਨ। ਅਤੇ ਨਾਲ ਦੱਸ ਵੀ ਰਿਹਾ ਕਿ ਕਿੱਥੇ ਕਿਵੇਂ ਆਪਾਂ ਨੇ ਕਰੈਕਟ ਚੱਲਣਾ ਹੈ। ਵੰਸ਼ ਪਰੰਪਰਾ ਜਨਮਜਾਤ ਵਿਅਕਤੀ ਗੁਣੀ ਦਾ ਜੋੜ ਫਲ ਹੈ, ਕਿਸ ਨੇ ਕਿਹਾ? ਇਹ ਕਿਹਾ VN ਝਾ ਨੇ ਕਿਹਾ। ਕਿਸ ਨੇ ਕਿਹਾ? VN ਝਾ ਨੇ ਕਿਹਾ। ਬੱਚੇ ਦਾ ਆਕਾਰ, ਰੂਪ, ਰੰਗ ਅਤੇ ਕੱਦ ਵਿੱਚ ਕਿਸ ਦਾ ਹੱਥ ਸਭ ਤੋਂ ਵੱਧ ਹੁੰਦਾ ਹੈ? ਦੱਸੋ। ਆਕਾਰ ਉੱਪਰ, ਰੰਗ ਰੂਪ ਉੱਪਰ, ਕੱਦ ਉੱਪਰ, ਕਿਸ ਦਾ ਹੁੰਦਾ ਹੈ? ਵੰਸ਼ ਪਰੰਪਰਾ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ। ਅਗਰ ਬੱਚੇ ਦੇ ਮਾਂ-ਬਾਪ ਕਾਲੇ ਹੋਏ ਤਾਂ ਉਹਨਾਂ ਦੇ, ਕਾਲੇ ਮਤਲਬ ਫੇਸਿਵ, ਜਿਵੇਂ ਡਾਰਕ ਹੁੰਦਾ ਨਾ,
ਡਾਰਕ ਸਕਿਨ ਉਹ ਤਾਂ ਉਹਨਾਂ ਦੇ ਬੱਚੇ ਦਾ ਕਿਸ ਤਰ੍ਹਾਂ ਦਾ ਰੰਗ ਪੈਦਾ ਹੋਣਗੇ, ਉਹ ਵੀ ਕਾਲੇ ਰੰਗ ਦੇ ਹੋਣਗੇ। ਕਿਉਂ? ਕਿਉਂਕਿ ਵੰਸ਼ ਪਰੰਪਰਾ ਅਨੁਸਾਰ ਕਾਲੇ ਹੁੰਦੇ ਨੇ। ਡਨ। ਜੀਨਸ ਦਾ ਫਰਕ ਪੈਂਦਾ ਹੀ ਹੈ। ਬੱਚੇ ਦੀ ਬੁੱਧੀ ਅਤੇ ਮਾਨਸਿਕਤਾ 'ਤੇ ਕਿਸ ਚੀਜ਼ ਦਾ ਪ੍ਰਭਾਵ ਆਮ ਦੇਖਣ ਨੂੰ ਮਿਲਦਾ ਹੈ? ਵੰਸ਼ ਪਰੰਪਰਾ ਦਾ ਸਾਨੂੰ ਜਿਹੜਾ ਪ੍ਰਭਾਵ ਹੈ ਉਹ ਆਮ ਦੇਖਣ ਨੂੰ ਮਿਲਦਾ ਹੈ। ਠੀਕ ਹੈ, ਕਿਉਂਕਿ ਤੁਹਾਨੂੰ ਉਰੇ ਕੁਐਸਚਨ ਨਾ ਤੁਹਾਨੂੰ ਬਾਰ-ਬਾਰ ਰੱਟਣੇ ਨੇ, ਇਸ ਤਰ੍ਹਾਂ ਹੀ ਕੁਐਸਚਨ ਪੁੱਛੇ ਜਾਣਗੇ। ਠੀਕ ਹੈ, ਇਸ ਤਰ੍ਹਾਂ ਹੀ ਕੁਐਸਚਨ ਟੌਪਿਕ ਵਾਈਜ਼ ਪੁੱਛੇ ਜਾਣਗੇ, ਟੌਪਿਕ ਤੋਂ ਚੱਕੇ ਜਾਣਗੇ ਕੁਐਸਚਨ ਤੇ ਪੁੱਛੇ ਜਾਣਗੇ। ਓਕੇ, ਇਹ ਵਿਦਵਾਨ ਦੀ ਗੱਲਾਂ ਆ ਜਾਣ ਉਹ ਤਾਂ ਬਹੁਤ ਯਾਦ ਰੱਖਣੀ ਤੁਹਾਨੂੰ। ਕਿਸ ਵਿਦਵਾਨ ਅਨੁਸਾਰ ਘੱਟ ਬੁੱਧੀ ਵਾਲੇ ਮਾਪਿਆਂ ਦੇ ਬੱਚੇ ਘੱਟ ਬੁੱਧੀ ਵਾਲੇ ਹੁੰਦੇ ਹਨ। ਠੀਕ ਹੈ, ਹੁੰਦੇ ਹਨ, ਅਤੇ ਤੇਜ਼ ਬੁੱਧੀ ਵਾਲੇ ਮਾਪਿਆਂ ਦੇ ਬੱਚੇ ਤੇਜ਼ ਬੁੱਧੀ ਵਾਲੇ ਹੁੰਦੇ ਹਨ। ਠੀਕ ਹੈ, ਇਹ ਹੁੰਦੇ ਨਾ ਗੋਡਾਰਡ ਦੇ ਅਨੁਸਾਰ। ਤੁਹਾਨੂੰ ਯਾਦ ਹੋਏਗਾ, ਮੈंने ਪਿਛਲੇ ਕਿਸੇ ਕੋਈ ਲੈਕਚਰ ਵਿੱਚ ਤੁਹਾਨੂੰ ਦੱਸਿਆ ਵੀ ਸੀ। ਠੀਕ ਹੈ, ਮਹਾਨ ਮਨੋਵਿਗਿਆਨਿਕ ਡਗਡੇਲ ਨੇ ਅਪਣਾਏ, ਠੀਕ ਹੈ, ਹੁਣ ਅਪਣਾਏ ਆਪਣੇ ਪ੍ਰਯੋਗਾਂ, ਮਾਫ ਕਰਨਾ, ਆਪਣੇ ਪ੍ਰਯੋਗਾਂ ਤੋਂ ਕੀ ਸਿੱਧ ਕੀਤਾ, ਯਾਨੀ ਕਿ ਜੋ ਵੀ ਉਹਨਾਂ ਨੇ ਪ੍ਰਯੋਗ ਕੀਤੇ ਉਸ ਤੋਂ ਉਹਨਾਂ ਨੇ ਕੀ ਦਿਖਾਉਣਾ ਚਾਹਿਆ, ਕੀ ਦੱਸਣਾ ਚਾਹਿਆ। ਉਹਨਾਂ ਨੇ ਸਿੱਧ ਕੀਤਾ ਕਿ ਮਾਂ ਬਾਪ ਦੇ ਚਰਿੱਤਰ ਦੇ ਗੁਣ ਬੱਚਿਆਂ 'ਤੇ ਜ਼ਰੂਰ ਪੈਂਦੇ ਹਨ। ਮਾਂ ਬਾਪ ਦੇ ਚਰਿੱਤਰ ਦੇ ਗੁਣ ਬੱਚਿਆਂ 'ਤੇ ਜ਼ਰੂਰ ਪੈਂਦੇ ਹਨ, ਜ਼ਰੂਰ ਪੈਂਦੇ ਹਨ। ਡਨ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਬੱਚੇ 'ਤੇ ਮਾਂ ਬਾਪਿਆਂ ਦੇ ਚਰਿੱਤਰ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ, ਇਹ ਡਗਡੇਲ ਨੇ ਕਦੋਂ ਸਿੱਧ ਕੀਤੀ ਸੀ? ਜਦ ਡਗਡੇਲ ਨੇ ਕਿਹਾ ਸੀ ਕਿ ਬੱਚਿਆਂ 'ਤੇ ਮਾਪਿਆਂ ਦੇ ਚਰਿੱਤਰ ਦਾ ਪ੍ਰਭਾਵ ਪੈਂਦਾ ਹੈ, ਇਹ ਕਿਸ ਸੰਨ ਵਿੱਚ ਕਿਹਾ ਸੀ? ਇਹ ਕਿਹਾ ਸੀ 1877 ਵਿੱਚ ਕਿਹਾ ਸੀ। ਠੀਕ ਹੈ, 1878 ਵਿੱਚ ਇੱਕ ਵਿਅਕਤੀ ਦੇ ਪੂਰਵਜਾਂ ਦਾ ਅਧਿਐਨ ਕਰਕੇ ਹੀ ਇਹਨਾਂ ਨੇ ਪਤਾ ਕਰਵਾਇਆ ਸੀ ਕਿ ਬੱਚਿਆਂ 'ਤੇ ਮਾਪਿਆਂ ਦਾ ਚਰਿੱਤਰ ਦਾ ਪ੍ਰਭਾਵ ਪੈਂਦਾ ਹੀ ਪੈਂਦਾ। ਡਨ। ਵਾਤਾਵਰਣ ਕੀ ਹੁੰਦਾ ਹੈ? ਮੈਂ ਤੁਹਾਨੂੰ ਦੱਸਿਆ ਸੀ, ਚਾਰੇ ਪਾਸਿਓਂ ਤੋਂ ਹਰ ਤਰ੍ਹਾਂ ਦੇ ਪ੍ਰਭਾਵਾਂ ਨਾਲ ਘਿਰਿਆ ਹੋਇਆ। ਠੀਕ ਹੈ, ਵਾਤਾਵਰਣ ਦਾ ਅਰਥ ਹੈ ਚਾਰੇ ਪਾਸਿਆਂ ਤੋਂ ਹਰ ਤਰ੍ਹਾਂ ਦਾ ਪ੍ਰਭਾਵਾਂ ਨਾਲ ਘਿਰਿਆ ਹੋਣਾ। ਠੀਕ ਹੈ, ਉਸ ਤੋਂ ਬਾਅਦ ਵਾਤਾਵਰਣ ਕੋਈ ਬਾਹਰ ਦਾ ਆਦਮੀ ਹੀ ਹੁੰਦਾ ਹੈ ਜੋ ਸਾਨੂੰ ਪ੍ਰਭਾਵਿਤ ਕਰਦਾ ਹੈ। ਇਹ ਸ਼ਬਦ ਕਿਸ ਨੇ ਕਿਹਾ? ਦੱਸੋ। ਵਾਤਾਵਰਣ ਕੋਈ ਬਾਹਰ ਦਾ ਆਦਮੀ ਹੀ ਹੁੰਦਾ ਹੈ ਜੋ ਸਾਨੂੰ ਪ੍ਰਭਾਵਿਤ ਕਰਦਾ ਹੈ। ਵਾਤਾਵਰਣ ਸਭ ਕੁਝ ਆ ਜਾਂਦਾ, ਇਨਵਾਇਰਮੈਂਟ ਹੈ ਨਾ, ਇਨਵਾਇਰਮੈਂਟ ਵੀ ਨੇਚਰ ਵੀ ਆ ਜਾਂਦੀ ਹੈ। ਠੀਕ ਹੈ, ਸਾਰੇ ਆ ਜਾਂਦੇ। ਤਾਂ ਕਿਸ ਨੇ ਕਿਹਾ? ਇਹ ਕਿਹਾ ਰੌਸ ਨੇ ਕਿਹਾ। ਕਿਹਨੇ ਕਿਹਾ? ਮਹਾਨ ਵਿਦਵਾਨ ਰੌਸ ਨੇ। ਯਾਦ ਰੱਖਣਾ। ਡਨ। ਉਸ ਤੋਂ ਬਾਅਦ ਇਹਨਾਂ ਇਨੈਸਟੇਸੀ ਅਨੁਸਾਰ ਵਾਤਾਵਰਣ ਕੀ ਹੈ? ਹਰ ਚੀਜ਼ ਜੋ ਵਿਅਕਤੀ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ, ਹਰੇਕ ਚੀਜ਼। ਠੀਕ ਹੈ, ਭਾਵੇਂ ਸੋਸ਼ਲ ਹੋਵੇ, ਭਾਵੇਂ ਨੇਚਰ ਹੋਵੇ, ਜੋ ਵੀ ਮਰਜ਼ੀ ਲਾ ਲਓ। ਮਨੁੱਖ ਉੱਤੇ ਸਮਾਜਿਕ ਕਾਰਕ ਕਿਵੇਂ ਪ੍ਰਭਾਵ ਕਰਦੇ ਹਨ? ਸਰੀਰਕ ਕਰਦੇ ਹਨ, ਮਾਨਸਿਕ ਕਰਦੇ ਹਨ, ਰਹਿਣ ਸਹਿ, ਰੀਤੀ ਰਿਵਾਜਾਂ। ਠੀਕ ਹੈ, ਰਹਿਣ ਸਹਿ, ਰਹਿਣ ਆਏਗਾ ਉਰੇ, ਰਾਣਾ। ਠੀਕ ਹੈ, ਸਹਿ ਹੋ ਸਕਦਾ, ਰਹਿਣ ਸਹਿ ਹੋ ਸਕਦਾ, ਰੀਤੀ ਰਿਵਾਜਾਂ ਸੰਬੰਧੀ। ਡਨ। ਮਨੁੱਖ ਉੱਤੇ ਜਾਂ ਬੱਚੇ ਉੱਤੇ ਸੱਭਿਆਚਾਰਿਕ ਪ੍ਰਭਾਵ ਕਿਵੇਂ ਪੈਂਦਾ ਹੈ? ਪਾਠ ਪੂਜਾ ਦਾ ਢੰਗ, ਸੰਸਕਾਰ ਆਦਿ 'ਤੇ। ਇਸ ਆਧਾਰ 'ਤੇ ਹੀ ਬੱਚੇ ਦੇ ਉੱਪਰ ਇੱਕ ਸੱਭਿਆਚਾਰਿਕ ਪ੍ਰਭਾਵ ਦੇਖਣ ਨੂੰ ਸਾਨੂੰ ਮਿਲਦਾ ਹੈ। ਡਨ। ਉਸ ਤੋਂ ਬਾਅਦ ਬੱਚੇ ਤੋਂ ਪ੍ਰਭਾਵ ਪਾਉਣ ਵਾਲੇ ਭੌਤਿਕ ਕਾਰਕ ਕਿਹੜੇ ਹਨ? ਉਰੇ ਭੌਤਿਕ ਆਏਗਾ। ਠੀਕ ਹੈ, ਭੌਤਿਕ ਕਾਰਕ ਕਿਹੜੇ ਹਨ? ਦੱਸੋ। ਉਰੇ ਆਏਗਾ ਠੰਡ, ਗਰਮੀ ਆਦਿ ਦਾ ਪ੍ਰਭਾਵ ਬੱਚੇ 'ਤੇ ਪੈਂਦਾ ਹੈ। ਜਿਵੇਂ ਠੰਡ ਇਲਾਕੇ ਵਿੱਚ ਬੱਚਿਆਂ ਦਾ ਰੰਗ ਗੋਰਾ ਹੁੰਦਾ ਹੈ। ਤੁਹਾਨੂੰ ਮੈਂ ਦੱਸਿਆ, ਜਿਵੇਂ ਕੋਈ HB ਦਾ ਹਿਮਾਚਲ ਪ੍ਰਦੇਸ਼ ਦਾ, ਉੱਥੇ ਦੇ ਬੱਚੇ ਜਿਹੜੇ ਹੋਣਗੇ ਗੋਰੇ ਹੋਣਗੇ। ਠੀਕ ਹੈ, ਅਤੇ ਉਵੇਂ ਜੇ ਆਪਾਂ ਗੱਲ ਕਰੀਏ ਗਰਮੀ ਵਾਲੇ ਏਰੀਆ ਵਿੱਚ ਬੱਚਿਆਂ ਦਾ ਰੰਗ ਕਾਲਾ ਹੁੰਦਾ। ਜਿਵੇਂ ਤੁਸੀਂ ਕਦੇ ਦੇਖਿਆ ਹੋਣਾ ਤਮਿਲਨਾਡੂ, ਕਰਨਾਟਕਾ। ਡਨ। ਇਹਨਾਂ ਦੇ ਜਿਹੜੇ ਰੰਗ ਹੋਣਗੇ ਅਤੇ ਆਪਣੇ ਜਿਹੜੇ ਨੌਰਥ ਦੇ ਰੰਗ ਹੋਣਗੇ, ਦੋਨਾਂ 'ਚ ਫਰਕ ਹੋਏਗਾ। ਤੁਹਾਨੂੰ ਆਪ ਹੀ ਪਤਾ ਲੱਗ ਰਿਹਾ। ਹੁਣ ਤੁਹਾਨੂੰ ਮੈਂ ਐਗਜ਼ਾਮਪਲ ਵੀ ਦੱਸਦੀ। ਬੱਚਿਆਂ 'ਤੇ ਵਿਅਕਤੀਤਵ ਅਤੇ ਕਿਸ ਤਰ੍ਹਾਂ ਦੇ ਪ੍ਰਭਾਵ ਪੈ ਸਕਦਾ ਹੈ? ਵਿਅਕਤੀਗਤ ਤੌਰ 'ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈ ਸਕਦਾ ਹੈ? ਸ਼ਖਸੀਅਤਾਂ ਅਤੇ ਪ੍ਰਸਿੱਧ ਆਦਮੀਆਂ ਦਾ ਪ੍ਰਭਾਵ ਉਸਦੀ ਵਿਅਕਤੀਗਤ ਤੌਰ 'ਤੇ ਪੈ ਸਕਦਾ ਹੈ। ਅਜੋਕੀ ਸਿੱਖਿਆ ਦਾ ਸਭ ਤੋਂ ਵੱਡਾ ਆਧਾਰ ਕੀ ਹੈ? ਅਜੋਕੀ ਸਿੱਖਿਆ ਦਾ ਸਭ ਤੋਂ ਵੱਡਾ ਆਧਾਰ ਮਨੋਵਿਗਿਆਨ ਹੈ। ਕਿਹੜਾ ਹੈ? ਮਨੋਵਿਗਿਆਨ। ਸਕੂਲਾਂ ਵਿੱਚ ਬੱਚੇ ਅਨੁਸ਼ਾਸਨ ਵਿੱਚ ਨਹੀਂ ਰਹਿੰਦੇ। ਇਸ ਵਿੱਚ ਕੌਣ ਜ਼ਿੰਮੇਦਾਰ ਹੈ? ਹੁਣ ਦੇਖੋ, ਆਪ ਹੀ ਸਮਝ ਜਾਣਾ ਉਰੇ ਕੌਣ ਆਏਗਾ। ਠੀਕ ਹੈ, ਕੌਣ ਜ਼ਿੰਮੇਦਾਰ ਹੈ? ਪਰਿਵਾਰ ਜ਼ਿੰਮੇਵਾਰ ਹੁੰਦਾ ਹੈ ਅਤੇ ਮਾਪੇ ਹੁੰਦੇ ਹਨ। ਠੀਕ ਹੈ, ਬੱਚਿਆਂ ਨੂੰ ਡਿਸਿਪਲਿਨ 'ਚ ਨਹੀਂ ਰਹਿ ਰਹੇ। ਸਕੂਲ ਤਾਂ ਸਿਖਾ ਰਹੇ ਉਹਨਾਂ ਨੂੰ, ਮਗਰ ਉਹ ਤਾਂ ਵੀ ਡਿਸਿਪਲਿਨ 'ਚ ਰਹਿ ਰਹੇ। ਇਸਦਾ ਮਤਲਬ ਕਿ ਜੋ ਡਿਸਿਪਲਿਨ ਉਰੇ ਸਿਖਾਇਆ ਜਾਂਦਾ ਉਹ ਜਾ ਕੇ ਉਸ ਨੂੰ ਅਪਣਾਉਂਦੇ ਨਹੀਂ। ਠੀਕ ਹੈ, ਘਰ ਜਾ ਕੇ। ਠੀਕ ਹੈ, ਅਤੇ ਘਰ ਦੇ ਵੀ ਅੱਗੋਂ ਉਸ ਨੂੰ ਫੋਰਸ ਨਹੀਂ ਕਰਵਾਉਂਦੇ। ਜੇ ਫੋਰਸ ਨਹੀਂ ਕਰਵਾਉਂਦੇ ਤਾਂ ਮਤਲਬ ਪਰਿਵਾਰ ਅਤੇ ਮਾਪੇ ਜ਼ਿੰਮੇਵਾਰ ਹਨ। ਪਰਿਵਾਰ ਵਿੱਚ ਸਿਸਟਰ ਆ ਜਾਂਦੇ ਨੇ। ਠੀਕ ਹੈ, ਦੈਨ ਮਾਪਿਆਂ ਵਿੱਚ ਮਾਂ-ਪਿਓ ਆ ਜਾਂਦੇ ਨੇ, ਸਿਸਟਰ ਜਾਂ ਬ੍ਰਦਰ ਆ ਜਾਂਦਾ। ਉਸ ਤੋਂ ਬਾਅਦ ਜਮਾਂਦਰੂ ਵਿਅਕਤਿਵ ਗੁਣ ਕਿਹੜਾ ਹੈ? ਜਮਾਂਦਰੂ ਵਿਅਕਤਿਵ ਗੁਣ ਜਿਹੜਾ ਹੁੰਦਾ ਹੈ ਉਹ ਵੰਸ਼ ਪਰੰਪਰਾ ਦਾ ਹੁੰਦਾ ਹੈ। ਕਿਹੜਾ ਹੁੰਦਾ ਹੈ? ਵੰਸ਼ ਪਰੰਪਰਾ ਦਾ ਹੁੰਦਾ ਹੈ। ਮਾਤ ਪਿਤਾ ਤੋਂ ਸੰਤਾਨਾਂ ਜਾਂ ਪੀੜ੍ਹੀਆਂ ਨੂੰ ਪ੍ਰਾਪਤ ਹੋਣ ਵਾਲੇ ਠੀਕ ਹੈ, ਗੁਣੀ ਅਗੁਣੀ ਨੂੰ ਕੀ ਕਹਿੰਦੇ ਹਨ?
ਗੁਣੀ ਜਾਂ ਔਗੁਣੀ ਨੂੰ ਕੀ ਕਹਿੰਦੇ ਹਨ? ਵੰਸ਼ ਪਰੰਪਰਾ ਕਹਿੰਦੇ ਹਨ। ਠੀਕ ਹੈ, ਕੁਐਸਚਨ ਨੂੰ ਜਿਵੇਂ ਮਰਜ਼ੀ ਉਲਟਾ ਕੇ ਪੁੱਛਿਆ ਜਾ ਸਕਦਾ। ਇਸੇ ਕੁਐਸਚਨ ਨੂੰ ਮੈंने ਉੱਪਰ ਸਮਝਾਇਆ ਸੀ, ਉਹ ਦੂਜੇ ਤਰੀਕੇ ਨਾਲ ਸਮਝਾਇਆ ਸੀ, ਮਗਰ ਆਨਸਰ ਸੇਮ ਹੀ ਹੋਏਗਾ, ਵੰਸ਼ ਪਰੰਪਰਾ ਹੀ ਹੋਏਗਾ। ਹਰ ਬੱਚਾ ਵਿਭਿੰਨ ਵਿਰਤੀ ਦਾ ਹੁੰਦਾ ਹੈ, ਇਸ ਲਈ ਕੌਣ ਜ਼ਿੰਮੇਦਾਰ ਹੈ? ਇਸ ਲਈ ਕੌਣ ਜ਼ਿੰਮੇਵਾਰ ਹੈ? ਵਾਤਾਵਰਣ ਜ਼ਿੰਮੇਵਾਰ ਹੈ, ਵੰਸ਼ ਪਰੰਪਰਾ ਜ਼ਿੰਮੇਵਾਰ ਹੈ, ਸਮਾਜਿਕ ਵਾਤਾਵਰਣ ਜ਼ਿੰਮੇਵਾਰ ਹੈ। ਦੈਨ ਇਹ ਤਿੰਨੋਂ ਚੀਜ਼ਾਂ ਜ਼ਿੰਮੇਵਾਰ ਨੇ। ਉਸ ਤੋਂ ਬਾਅਦ ਜੇ ਅੱਗੇ ਦੇਖੀਏ, ਅੱਜ ਕੱਲ੍ਹ ਬਾਲ ਅਪਰਾਧਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਵੰਸ਼ ਪਰੰਪਰਾ ਦੇ ਪ੍ਰਯੋਗ ਕਰਨ ਵਿੱਚ ਵਿਗਿਆਨੀਆਂ ਨੂੰ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦਾ ਮੁੱਖ ਕਾਰਨ ਕੀ ਹੋ ਸਕਦਾ ਹੈ? ਇਸ ਦਾ ਮੁੱਖ ਕਾਰਨ ਇਹ ਹੋ ਸਕਦਾ ਹੈ ਕਿ ਦੂਸ਼ਿਤ ਵੰਸ਼ ਪਰੰਪਰਾ ਚੱਲ ਰਹੀ ਹੈ, ਜਿਸ ਕਰਕੇ ਜਿਹੜੇ ਪ੍ਰਯੋਗ ਕਰਨਾ ਇੰਨਾ ਆਸਾਨ ਨਹੀਂ ਹੈ। ਠੀਕ ਹੈ, ਕਿਉਂਕਿ ਬਾਲ ਅਪਰਾਧ ਇੰਨਾ ਵੱਧ ਰਿਹਾ। ਦੈਨ ਉਸ ਤੋਂ ਬਾਅਦ ਦੂਸ਼ਿਤ ਵੰਸ਼ ਪਰੰਪਰਾ ਦਾ ਕੀ ਅਰਥ ਹੁੰਦਾ ਹੈ? ਜਦੋਂ ਇੱਕ ਵੰਸ਼ ਵਿੱਚ ਦੂਜੇ ਅੰਸ਼ ਦੇ ਗੁਣ ਜਾਂ ਔਗੁਣ ਆ ਜਾਣ ਤੇ ਜਾਂ ਹੋਰ ਕੋਈ ਬਾਹਰੀ ਵੰਸ਼ ਦੇ ਗੁਣ ਪੈਦਾ ਹੋ ਜਾਣ, ਠੀਕ ਹੈ, ਉਸ ਨੂੰ ਆਪਾਂ ਦੂਸ਼ਿਤ ਵੰਸ਼ ਪਰੰਪਰਾ ਆਖਦੇ ਹਾਂ। ਠੀਕ ਹੈ, ਪਰੰਪਰਾ ਹੋਏਗਾ ਪੂਰੇ ਸੈੱਟ ਕਰਨਾ, ਮੈਂ ਤੁਹਾਨੂੰ ਪਹਿਲੇ ਸਮਝਾ ਰਿਹਾ, ਤੁਹਾਨੂੰ ਆਪਣਾ ਕਾਮਨ ਓਬਜ਼ਰਵ ਕਰਨਾ ਤੁਹਾਨੂੰ ਜਿੱਥੇ ਤੁਹਾਨੂੰ ਲੱਗਦਾ ਹੈ। ਦੂਸ਼ਿਤ ਵੰਸ਼ ਪਰੰਪਰਾ ਦਾ ਕੀ ਅਰਥ ਹੁੰਦਾ ਹੈ? ਜਦੋਂ ਇੱਕ ਵੰਸ਼ ਵਿੱਚ ਦੂਜੇ ਵੰਸ਼ ਦੇ ਕਿਸੇ ਦੂਸਰੇ ਵੰਸ਼ ਦੇ ਗੁਣ ਜਾਂ ਔਗੁਣ ਤੁਹਾਡੇ ਵੰਸ਼ ਵਿੱਚ ਆ ਜਾਂਦੇ ਨੇ ਤਾਂ ਉਹਦੇ ਕਰਕੇ ਪ੍ਰਭਾਵ ਪੈਂਦਾ ਹੈ, ਉਸ ਨੂੰ ਵੀ ਆਪਾਂ ਦੂਸ਼ਿਤ ਵੰਸ਼ ਪਰੰਪਰਾ ਆਖਦੇ ਹਾਂ। ਠੀਕ ਹੈ, ਇੱਕ ਔਰਤ ਨੇ, ਇਹ ਕੰਡੀਸ਼ਨ ਹੈ, ਇੱਕ ਔਰਤ ਨੇ ਪਤੀ ਦੀ ਮੌਤ ਤੋਂ ਬਾਅਦ, ਠੀਕ ਹੈ, ਦੇਖੋ ਉਰੇ ਮੈਂ ਸਮਝਾ ਰਿਹਾ ਨਾ ਤੁਹਾਨੂੰ, ਪਤੀ ਦੀ ਮੌਤ ਤੋਂ ਬਾਅਦ ਆਪਣੇ ਪ੍ਰੇਮੀ ਨਾਲ ਲਵ ਮੈਰਿਜ ਕਰਵਾ ਲਈ। ਪ੍ਰੇਮੀ ਨੇ ਬਾਅਦ ਵਿੱਚ ਉਸ ਔਰਤ ਨੂੰ ਗਰਭਵਤੀ ਕਰ ਛੱਡ ਦਿੱਤਾ। ਤਰਸ ਦੇ ਆਧਾਰ ਤੇ ਇੱਕ ਗਰੀਬ ਆਦਮੀ ਨੇ ਉਸ ਨਾਲ ਵਿਆਹ ਕਰਵਾ ਲਿਆ, ਵਿੱਚ ਰਜਾਮੰਦੀ ਦਿਖਾਈ ਤੇ ਉਸ ਔਰਤ ਨਾਲ ਵਿਆਹ ਕਰਾ ਲਿਆ। ਤਾਂ ਉਸ ਔਰਤ ਦੇ ਬੱਚੇ ਵਿੱਚ ਕਿਸ ਵੰਸ਼ ਦੇ ਗੁਣ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ? ਸੋਚੋ ਕਿਸ ਦੇ ਹੋਣਗੇ? ਦੈਨ ਮਤਲਬ ਕਿ ਉਰੇ ਕੁਐਸਚਨ ਇਹ ਨਹੀਂ ਪੁੱਛਿਆ, ਉਹਨਾਂ ਨੇ ਇਹ ਪੁੱਛਿਆ ਜਿਵੇਂ ਤੁਹਾਨੂੰ ਮੈਂ ਉੱਪਰ ਸਮਝਾਇਆ ਨਾ, ਦੂਸ਼ਿਤ ਵੰਸ਼ ਕੀ ਹੁੰਦਾ, ਉਸਨੇ ਕੀ ਸਾਬਿਤ ਕੀਤਾ ਹੈ ਕਿ ਆਖਿਰ ਦੂਸ਼ਿਤ ਵੰਸ਼ ਕਿਸ ਨੂੰ ਕਹਾਂਗੇ, ਇੱਕ ਐਗਜ਼ਾਮਪਲ ਲੈ ਕੇ। ਠੀਕ ਹੈ, ਹੁਣ ਉਸ ਵਿੱਚ ਉਹ ਜਿਹੜਾ ਬੱਚਾ ਹੋਏਗਾ ਉਹ ਕਿਸ ਵੰਸ਼ ਦਾ ਹੋਏਗਾ? ਠੀਕ ਹੈ, ਆਲਰੇਡੀ ਹੈ ਕਿ ਉਸ ਪ੍ਰੇਮੀ ਦੇ ਵੰਸ਼ ਦਾ ਹੋਏਗਾ, ਬਟ ਇਸ ਵੰਸ਼ ਨੂੰ ਆਪਾਂ ਕੀ ਕਹਾਂਗੇ? ਠੀਕ ਹੈ, ਇਸ ਵੰਸ਼ ਦੀ ਜਿਹੜੀ ਪਰੰਪਰਾ ਹੋਏਗੀ ਉਹਨੂੰ ਕੀ ਕਹਾਂਗੇ? ਅਨਿਸ਼ਚਿਤ ਜਾਂ ਦੂਸ਼ਿਤ ਵੰਸ਼ ਪਰੰਪਰਾ। ਡਨ। ਠੀਕ ਹੈ, ਅੱਜ ਕੱਲ੍ਹ ਬਾਲ ਅਪਰਾਧ ਘਟਨਾਵਾਂ ਕਿਉਂ ਵੱਧ ਰਹੀਆਂ ਹਨ? ਕਿਉਂਕਿ ਗੰਧਲੀ ਵੰਸ਼ ਪਰੰਪਰਾ ਅਤੇ ਮਾਪਿਆਂ ਦੇ ਬੱਚਿਆਂ ਵੱਲ ਧਿਆਨ ਨਾ ਦੇਣ ਕਰਕੇ ਇਸ ਦਾ ਅਸਰ ਸਾਨੂੰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਅੱਗੇ ਦੇਖੋ, ਇੱਕ ਆਦਮੀ ਵੰਸ਼ ਪਰੰਪਰਾ ਅਨੁਸਾਰ ਸਾਰੇ ਗੁਣ ਪ੍ਰਾਪਤ ਕਰ ਲੈਂਦਾ ਹੈ। ਇਹ ਕਿਸ ਵਿਦਵਾਨ ਦਾ ਕਥਨ ਹੈ? ਇਹ ਕਿਸ ਵਿਦਵਾਨ ਦਾ ਕਥਨ ਹੈ? ਡਗਲਸ ਵਿਦਵਾਨ ਦਾ ਨੇ ਹੀ ਕਿਹਾ ਹੈ ਕਿ ਇੱਕ ਆਦਮੀ ਜਿਹੜਾ ਹੁੰਦਾ ਹੈ ਵੰਸ਼ ਪਰੰਪਰਾ ਅਨੁਸਾਰ ਹੀ ਸਾਰੇ ਗੁਣ ਪ੍ਰਾਪਤ ਕਰਦਾ ਹੈ। ਦੈਨ ਅੰਦਰੂਨੀ ਵਾਤਾਵਰਣ ਤੋਂ ਕੀ ਭਾਵ ਹੈ? ਜਿਹੜਾ, ਠੀਕ ਹੈ, ਦੋ ਤਰ੍ਹਾਂ ਦਾ ਵਾਤਾਵਰਣ ਹੁੰਦਾ, ਇੱਕ ਹੁੰਦਾ ਐਕਸਟਰਨਲ, ਇੱਕ ਹੁੰਦਾ ਇੰਟਰਨਲ। ਠੀਕ ਹੈ, ਜੋ ਤੁਹਾਡੇ ਕਮਰੇ ਦੇ ਅੰਦਰ ਦਾ ਵਾਤਾਵਰਣ ਹੁੰਦਾ, ਤੁਹਾਨੂੰ ਪਤਾ ਕਿ ਤੁਹਾਡੇ ਜਿਹੜੇ ਕਮਰੇ ਦੇ ਅੰਦਰ ਦਾ ਵਾਤਾਵਰਣ ਹੁੰਦਾ ਉਹ ਜ਼ਿਆਦਾ ਨੁਕਸਾਨਦਾਇਕ ਹੁੰਦਾ। ਹਾਂਜੀ, ਤੁਹਾਡਾ ਜ਼ਿਆਦਾ ਨੁਕਸਾਨਦਾਇਕ ਹੁੰਦਾ। ਜੇ ਤੁਹਾਡਾ ਜਿਹੜਾ ਕਮਰਾ, ਮਤਲਬ ਜਿਹੜਾ ਤੁਹਾਡਾ ਘਰ ਹੈ ਉਹ ਜੇ ਰੋਸ਼ਨਦਾਨ ਨਹੀਂ ਹੈ ਜਾਂ ਤੁਹਾਡੇ ਉਰੇ ਬਿਲਕੁਲ ਵੀ ਹਵਾ ਕਰੋਸ ਨਹੀਂ ਹੁੰਦੀ ਜਾਂ ਲਾਈਟ ਨਹੀਂ ਆਉਂਦੀ ਤਾਂ ਉਹ ਜ਼ਿਆਦਾ ਨੁਕਸਾਨਦਾਇਕ ਹੈ। ਠੀਕ ਹੈ, ਜ਼ਿਆਦਾ ਖਤਰਾ ਸਾਨੂੰ ਆਪਣੇ ਅੰਦਰ ਦੇ ਵਾਤਾਵਰਣ ਤੋਂ ਹੈ। ਦੈਨ ਉਸ ਤੋਂ ਬਾਅਦ ਅੰਦਰੂਨੀ ਵਾਤਾਵਰਣ ਨਾਲ ਬੱਚੇ ਵਿੱਚ ਕਿਸ ਤਰ੍ਹਾਂ ਦੇ ਗੁਣ ਦਾ ਵਿਕਾਸ ਹੁੰਦਾ ਹੈ? ਮਾਨਸਿਕ ਤਣਾਅ ਵਾਲੇ ਗੁਣ ਦਾ ਵਿਕਾਸ ਹੁੰਦਾ। ਦੇਖੋ ਪਹਿਲੇ ਤੁਹਾਨੂੰ ਦੱਸਦਾ, ਮਾਨਸਿਕ ਤਣਾਅ ਮਤਲਬ ਡਿਪਰੈਸ਼ਨ। ਠੀਕ ਹੈ, ਮੈਂਟਲ ਇਲਨੈਸ। ਬੱਚੇ ਵਿੱਚ ਵੰਸ਼ ਪਰੰਪਰਾ ਦਾ ਪ੍ਰਭਾਵ ਕਦੋਂ ਤੋਂ ਸ਼ੁਰੂ ਹੋ ਜਾਂਦਾ ਹੈ? ਯਾਦ ਰੱਖਣਾ, ਵੰਸ਼ ਪਰੰਪਰਾ ਦਾ ਆਧਾਰ ਸ਼ਿਸ਼ੂ ਕਾਲ ਤੋਂ ਹੀ ਹੋ ਜਾਂਦਾ। ਹੁਣ ਸ਼ਿਸ਼ੂ ਕਾਲ ਤੁਹਾਨੂੰ ਮੈਂ ਲੈਕਚਰ ਨੰਬਰ 3 ਵਿੱਚ ਸਮਝਾ ਚੁੱਕਾ। ਡਨ। ਉਸ ਤੋਂ ਬਾਅਦ ਕਈ ਵਿਦਵਾਨਾਂ ਅਨੁਸਾਰ ਗਰਭ ਧਾਰਨ ਸਮੇਂ ਤੋਂ ਵੀ ਸਟਾਰਟ ਹੁੰਦਾ ਹੈ। ਇਹ ਵੀ ਇੱਕ ਨੋਟ ਕਰਨਾ, ਵੈਸੇ ਤਾਂ ਸ਼ਿਸ਼ੂ ਕਾਲ ਤੋਂ ਸਟਾਰਟ ਹੁੰਦਾ, ਮगर ਕਈ ਵਿਦਵਾਨਾਂ ਨੇ ਇਹ ਵੀ ਕਿਹਾ ਕਿ ਗਰਭ ਧਾਰਨ ਸਮੇਂ ਤੋਂ ਵੀ ਸਟਾਰਟ ਹੁੰਦਾ। ਪਰ ਆਪਸ਼ਨ ਤੁਹਾਨੂੰ ਦੋਨਾਂ ਚੋਂ ਇੱਕ ਹੀ ਪੁੱਛਣਗੇ। ਠੀਕ ਹੈ, ਕੀ ਦੋ ਜੁੜਵਾ ਬੱਚਿਆਂ ਵਿੱਚ ਇੱਕੋ ਜਿਹੇ ਗੁਣ ਹੁੰਦੇ ਹਨ? ਪੂਰੇ ਗੁਣ ਹੋਏਗਾ, ਇੱਕੋ ਜਿਹੇ ਗੁਣ ਹੁੰਦੇ ਹਨ? ਦੱਸੋ, ਨਹੀਂ, ਦੋਵੇਂ ਬੱਚੇ ਵੱਖਰੇ ਵੱਖਰੇ ਗੁਣ ਨਾਲ ਪੈਦਾ ਹੁੰਦੇ ਨੇ। ਠੀਕ ਹੈ, ਬੱਚੇ ਵਿੱਚ ਵੰਸ਼ ਪਰੰਪਰਾਵਾਂ ਕਿਸ ਉਮਰ ਵਿੱਚ ਪ੍ਰਵੇਸ਼ ਕਰਦੀਆਂ ਹਨ? ਇਹ ਕਰਦੀਆਂ ਹਨ ਗਰਭ ਅਵਸਥਾ ਵਿੱਚ ਪ੍ਰਵੇਸ਼ ਕਰਦੀਆਂ ਹਨ। ਗਰਭ ਅਵਸਥਾ ਵਿੱਚ ਬੱਚੇ ਦੇ ਵੰਸ਼ ਦੀਆਂ ਵਿਸ਼ੇਸ਼ਤਾਵਾਂ ਆ ਜਾਂਦੀਆਂ ਹਨ। ਕਿਸ ਦੀਆਂ ਹੁੰਦੀਆਂ ਹਨ? ਕਿਹਦੀ ਹੋ ਸਕਦੀਆਂ? ਇਕੱਲੇ ਮਾਪੇ ਦੀ ਹੋ ਸਕਦੀਆਂ? ਹਾਂਜੀ, ਮਗਰ ਇਸ ਤੋਂ ਇਲਾਵਾ ਹੋਰ ਵੀ ਤਾਂ ਚਾਂਸਿਸ ਹੈ, ਦਾਦਾ ਦਾਦੀ ਦੀ, ਨਾਨਾ ਨਾਨੀ ਦੀ, ਕਿਉਂਕਿ ਦੇਖੋ ਇਹਨਾਂ ਦਾ ਵੰਸ਼ ਇੱਥੋਂ ਆਇਆ। ਠੀਕ ਹੈ, ਇਹਨਾਂ ਦਾ ਅੱਗੋਂ ਆਪਾਂ ਕਹਿ ਸਕਦੇ, ਕਿਉਂਕਿ ਪਿਤਾ ਦਾ ਦਾਦਾ ਦਾਦੇ ਤੋਂ ਆਇਆ, ਮਾਤਾ ਦਾ ਇੱਥੋਂ ਆਇਆ। ਠੀਕ ਹੈ, ਫਿਰ ਪੜਦਾਦਾ ਹੋ ਗਿਆ, ਪੜਨਾਨੀ ਹੋ ਗਈ। ਕਿੱਥੋਂ ਵੀ ਵੰਸ਼ ਦਾ ਪ੍ਰਭਾਵ ਸਾਨੂੰ ਉਸ ਗਰਭ ਅਵਸਥਾ ਵਿੱਚ ਜਿਹੜਾ ਬੱਚਾ ਪਲ ਰਿਹਾ ਉਹਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ, ਉਹਦੇ ਵਿੱਚ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲ ਸਕਦੀਆਂ। ਓਕੇ,
ਬੱਚੇ ਵਿੱਚ ਕਿਸ ਦੇ ਗੁਣ, ਫਿਰ ਉਰੇ ਮੈਂ ਤੁਹਾਨੂੰ ਸਮਝਾ ਰਿਹਾ, ਕਿਸ ਦੇ ਗੁਣ ਘੱਟ ਅਤੇ ਕਿਸ ਦੇ ਗੁਣ ਜ਼ਿਆਦਾ ਹੋਣਗੇ। ਇਸ ਦਾ ਕੁਝ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਸ ਦੇ ਜ਼ਿਆਦਾ ਹੋਣ ਕਿਸ ਦੇ ਘੱਟ ਹੋਣਗੇ। ਡਨ। ਵੰਸ਼ ਪਰੰਪਰਾ ਵਿੱਚ ਬੱਚੇ ਨੂੰ ਕਿਹੜੇ ਗੁਣ ਪ੍ਰਾਪਤ ਹੁੰਦੇ ਹਨ। ਡਨ। ਦੋਨੋਂ ਹੁੰਦੇ ਹਨ, ਐਸੀ ਗੱਲ ਨਹੀਂ ਇਕੱਲੇ ਚੰਗੇ ਹੋਣਗੇ, ਤੁਹਾਨੂੰ ਕਿਹਾ ਗੁਣ ਔਗੁਣ ਦੋਨੋਂ ਹੁੰਦੇ ਨੇ, ਚੰਗੇ ਅਤੇ ਮਾੜੇ ਦੋਨੋਂ। ਕਿ ਸਾਰੇ ਵਿਅਕਤੀਆਂ ਦੀ ਵੰਸ਼ ਪਰੰਪਰਾ ਇੱਕੋ ਜਿਹੀ ਹੁੰਦੀ ਹੈ? ਨਹੀਂ, ਸਭ ਦੀ ਵੱਖ ਵੱਖ ਹੁੰਦੀ ਹੈ। ਡਨ। ਮਨੁੱਖ ਨੂੰ ਜੋ ਗੁਣ ਜਾਂ ਔਗੁਣ ਜੀਵਨ ਵਿੱਚ ਮਿਲਦੇ ਹਨ ਉਹ ਕਿੱਥੋਂ ਆਉਂਦੇ ਹਨ? ਵੰਸ਼ ਵਿੱਚੋਂ ਆਉਂਦੇ ਹਨ। ਸੋ ਇਹ ਸੀ ਆਪਣੇ ਇਸ ਟੌਪਿਕ ਦੇ ਕੁਝ ਕੁਐਸਚਨਸ ਜਿਨ੍ਹਾਂ ਨੂੰ ਤੁਹਾਨੂੰ ਯਾਦ ਰੱਖਣਾ, ਬਾਰ-ਬਾਰ ਪ੍ਰੈਕਟਿਸ ਕਰਨੀ ਹੈ। ਦੇਖੋ ਇਹਨਾਂ 'ਚੋਂ ਹੀ ਕੁਐਸਚਨ ਪੁੱਛੇ ਜਾਣਗੇ, ਜਿਨ੍ਹਾਂ ਵਿਦਵਾਨਾਂ ਨੇ ਕਿਹਾ ਉਹਨਾਂ ਦੀ ਤਾਂ ਜਾਣਕਾਰੀ ਤੁਹਾਨੂੰ ਹੋਣੀ ਹੀ ਚਾਹੀਦੀ ਹੈ। ਡਨ। ਇਹ ਨਿੱਕੇ ਨਿੱਕੇ ਕੁਐਸਚਨ, ਸ਼ਿਸ਼ੂ ਕਾਲ ਕਿਹੜਾ ਹੈ, ਠੀਕ ਹੈ, ਵੰਸ਼ ਪਰੰਪਰਾ ਦਾ ਕੀ ਮਤਲਬ ਹੈ, ਦੂਸ਼ਿਤ ਵੰਸ਼ ਪਰੰਪਰਾ ਦਾ ਕੀ ਮਤਲਬ ਹੈ, ਕਿਸ ਸਮੇਂ ਤੋਂ ਹੁੰਦਾ ਹੈ, ਉਸਦੀ ਕੰਡੀਸ਼ਨ ਵੀ ਤੁਹਾਨੂੰ ਮੈਂ ਲਾ ਕੇ ਦੱਸਤੀ, ਉਹਦੇ ਐਗਜ਼ਾਮਪਲ ਵੀ ਦੱਸਤੀ। ਡਨ। ਹੁਣ ਯਾਦ ਕਰਨਾ ਤੁਹਾਡੀ ਗੱਲ ਹੈ। ਡਨ। ਠੀਕ ਹੈ ਫਰੈਂਡਸ। ਸੋ ਇਹ ਆਪਣਾ ਅੱਜ ਦਾ ਉਰੇ ਸੈਸ਼ਨ ਸੀ। ਡਨ। ਉਸ ਤੋਂ ਇਲਾਵਾ ਜੇ ਤੁਸੀਂ ਮੇਰਾ ਕੰਮ ਦੇਖਣਾ ਹੈ ਜਾਂ ਤੁਸੀਂ ਮੇਰੇ ਹੋਰ ਲੈਕਚਰਸ ਦੇਖਣਾ ਚਾਹੁੰਦੇ ਹੋ, ਤੁਸੀਂ ਸਮਝਣਾ ਚਾਹੁੰਦੇ ਹੋ ਪਟਵਾਰੀ ਦਾ, ਜੇ ਕੋਈ ਬੱਚਾ ਤਿਆਰੀ ਕਰ ਰਿਹਾ ਉਸ ਲਈ ਤੁਸੀਂ ਮੇਰੇ ਅਕਾਊਂਟਸ ਦਾ ਲੈਕਚਰ YouTube 'ਤੇ ਚੈਨਲ 'ਤੇ ਅਵੇਲੇਬਲ ਹੈ, ਪੇਡ ਕੋਰਸ 'ਤੇ ਅਵੇਲੇਬਲ ਹੈ। ਉਸ ਤੋਂ ਇਲਾਵਾ ਠੀਕ ਹੈ, ਜੇ ਉਸ ਤੋਂ ਇਲਾਵਾ ਤੁਸੀਂ ਹੋਰ ਕਿਸੇ ਚੀਜ਼ ਪੇਪਰ ਦੀ ਤਿਆਰੀ ਕਰ ਰਹੇ ਹੋ, ਤੁਹਾਨੂੰ ਐਪ 'ਤੇ ਸਾਰੇ ਲੈਕਚਰਸ ਅਵੇਲੇਬਲ ਕਰਵਾਏ ਜਾ ਰਹੇ ਨੇ। ਠੀਕ ਹੈ। YouTube 'ਤੇ ਵੀ ਦੇਖੋ ਤੁਹਾਨੂੰ ਸੈਸ਼ਨ ਦੇਖਣ ਨੂੰ ਮਿਲਦਾ ਹੈ, ਰੋਜ਼ ਇੱਕ ਪੂਰਾ ਟਾਈਮ ਟੇਬਲ ਸੈੱਟ ਹੈ, ਉਸ ਵਿੱਚ ਤੁਹਾਨੂੰ ਸਾਰੇ ਸੈਸ਼ਨ ਦੇਖਣ ਨੂੰ ਮਿਲਦੇ। ਠੀਕ ਹੈ ਫਰੈਂਡਸ। ਜਿਸ 'ਚ ਮੈਥ ਦਾ ਸੈਸ਼ਨ ਵੀ ਹੁੰਦਾ, ਕੰਪਿਊਟਰ ਦਾ ਸੈਸ਼ਨ ਵੀ ਹੁੰਦਾ, ਸਾਇੰਸ ਦਾ ਸੈਸ਼ਨ ਵੀ ਹੁੰਦਾ। ਸਵੇਰੇ ਕਰੰਟ ਅਫੇਅਰ ਦੀ ਕਲਾਸ ਦੇਖੋ ਡੇਲੀ ਆਉਂਦੀ ਹੈ, ਰੈਗੂਲਰ ਆਉਂਦੀ ਹੈ, ਨਾਗਾ ਵੀ ਨਹੀਂ ਪੈਂਦਾ, ਸੰਡੇ ਨੂੰ ਵੀ ਨਹੀਂ ਨਾਗਾ ਪੈਂਦਾ। ਸੋ ਤੁਸੀਂ ਜਿੱਥੋਂ ਚਾਹੋ ਤੁਸੀਂ ਉੱਥੋਂ ਪੜ੍ਹ ਸਕਦੇ ਹੋ। ਤੁਹਾਨੂੰ ਇਹ ਕੋਰਸ ਖਰੀਦਿਆ ਤਾਂ ਤੁਹਾਡੇ ਲਈ ਅਸੀਂ ਇਸ ਵਿੱਚ ਗੱਲ ਹੈ ਕਿ ਬੰਦਾ ਸਪੈਸ਼ਲ ਤਿਆਰੀ ਕਰਵਾ ਸਕਦਾ ਤੁਹਾਨੂੰ। ਹੁਣ ਦੇਖੋ, ਹੁਣ ਆਪਾਂ ਇਹਨੂੰ ਕੁਐਸਚਨ ਕੀਤੇ, ਉਸ ਤੋਂ ਬਾਅਦ ਆਪਾਂ ਇਹਨੂੰ ਹੋਰ ਰਿਵੀਜ਼ਨ ਕਰਨ ਲਈ ਹੋਰ ਆਪਾਂ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ। ਇਸ ਦਾ ਮਤਲਬ ਇਹ ਨਹੀਂ ਕਿ ਜੇ ਮੈਂ ਸਾਰੇ ਟੌਪਿਕ ਕਰਾਤੇ ਗੱਲ ਖਤਮ ਹੋ ਗਈ, ਨਹੀਂ। ਉਸ ਤੋਂ ਇਲਾਵਾ ਹਾਲੇ ਹੋਰ ਵੀ ਲੈਕਚਰਸ ਹੋਣਗੇ। ਡਨ। ਘੱਟੋ ਘੱਟ 60 ਤੋਂ 65 ਲੈਕਚਰਸ ਮੈਂ ਤੁਹਾਨੂੰ ਕਰਾਣੇ ਹੀ ਕਰਾਣੇ। ਤੁਸੀਂ ਖੁਦ ਸੋਚ ਲਓ ਕਿੰਨੀ ਤਿਆਰੀ ਹੋ ਜਾਏਗੀ ਆਪਣੀ। ਡਨ। ਸੋ ਨਾਲ ਬਣੇ ਰਹੋ, ਸਮਝਦੇ ਰਹੋ। ਜੇ ਕੋਈ ਕਿੱਥੇ ਪ੍ਰੋਬਲਮ ਲੱਗੇ ਜ਼ਰੂਰ ਪੁੱਛਿਓ, ਮੈਂ 100% ਰਿਪਲਾਈ ਕਰਾਂਗਾ। ਡਨ। WhatsApp 'ਤੇ ਜਿਹੜਾ ਤੁਹਾਡਾ ਨੰਬਰ ਹੋਵੇ ਗਿਲਸਮੈਂਟ ਹੋਵੇ, ਉੱਥੇ ਤੁਸੀਂ ਆਪਣਾ ਪ੍ਰਸ਼ਨ ਪਾ ਦਿਓ। ਡਨ। ਥੱਲੇ ਲਿਖ ਦਿਓ ਕਿ ਮੈਂ ਚਾਈਲਡ ਡਿਵੈਲਪਮੈਂਟ 'ਤੇ ਕਿਹਦਾ ਪੈਡਾਗੋਗੀ ਦਾ ਲੈਕਚਰ ਦੇ ਵੱਲੋਂ ਮੈਂ ਦੱਸ ਰਿਹਾ, ਕੋਈ ਵੀ ਪ੍ਰੋਬਲਮ ਹੋਵੇ। ਠੀਕ ਹੈ। ਆਪਣੀ ਪੁੱਛ ਉਹ ਮੇਰੇ ਕੋਲ ਆ ਜਾਏਗੀ, ਮੈਂ ਨਾਲ ਦੀ ਨਾਲ ਉਸਦਾ ਉੱਤਰ ਦੇ ਕੇ ਤੁਹਾਨੂੰ ਫਾਰਵਰਡ ਕਰ ਦਾਂਗਾ ਕਿਸੇ ਵੀ ਟਾਈਮ, 24 ਘੰਟੇ 'ਚ ਕਿਸੇ ਵੀ ਟਾਈਮ। ਸੋ ਠੀਕ। ਸੋ ਥੈਂਕ ਯੂ ਵੈਰੀ ਮਚ, ਟੇਕ ਕੇਅਰ। ਹੈਲੋ ਐਵਰੀਵਨ, ਅੱਜ ਅਸੀਂ ਚਾਈਲਡ ਡਿਵੈਲਪਮੈਂਟ ਦਾ ਲੈਕਚਰ 6ਵਾਂ ਦੇਖ ਰਹੇ ਹਾਂ। ਠੀਕ ਹੈ। ਇਸ ਵਿੱਚ ਆਪਾਂ ਅੱਜ ਅਗਲਾ ਟੌਪਿਕ ਦੇਖਾਂਗੇ, ਕੰਸੈਪਟ ਆਫ ਚਾਈਲਡ ਸੈਂਟਰਡ ਐਂਡ ਪ੍ਰੋਗਰੈਸਿਵ ਐਜੂਕੇਸ਼ਨ। ਡਨ। ਯਾਨੀ ਕਿ ਆਪਾਂ ਚਾਈਲਡ ਨੂੰ ਧਿਆਨ 'ਚ ਰੱਖਦੇ ਹੋਏ ਸਾਰੀ ਚੀਜ਼ਾਂ ਦੇਖਾਂਗੇ ਅਤੇ ਉਹਦੀ ਜਿਹੜੀ ਪ੍ਰੋਗਰੈਸਿਵ ਐਜੂਕੇਸ਼ਨ ਉੱਪਰ ਗੱਲ ਕਰਾਂਗੇ। ਡਨ। ਤਾਂ ਸਟਾਰਟ ਕਰਨ ਤੋਂ ਪਹਿਲਾਂ ਕੁਝ ਦੱਸਣਾ ਚਾਹਾਂਗਾ, ਗਿਲਸ ਮੈਂਟੋਰ ਨੇ ਕੁਝ ਇਨੀਸ਼ੀਏਟਿਵ ਲਿੱਤੇ ਨੇ। ਡਨ। ਤੁਹਾਨੂੰ ਪਤਾ ਹੀ ਹੈ ਕਿ ਤੁਹਾਨੂੰ ਇਹ ਚੀਜ਼ ਦਾ ਪੱਕਾ ਹੀ ਪਤਾ ਹੈ ਕਿ ਪਟਵਾਰੀ ਨੇ ਦੀਆਂ ਪੋਸਟਾਂ ਆਉਣੀਆਂ ਹੀ ਆਉਣੀਆਂ। ਇਹ ਭਾਵੇਂ ਜਿਵੇਂ ਮਰਜ਼ੀ ਰੁਕ ਜਾਣ, ਇਹਨੇ ਆਉਣਾ ਹੀ ਆਉਣਾ, ਇਹਨੇ ਬਾਹਰ ਨਿਕਲ ਕੇ ਆਉਣਾ ਹੀ ਹੈ। ਕਦ ਨਿਕਲ ਆਵੇ ਕੁਛ ਨਹੀਂ ਪਤਾ। ਠੀਕ ਹੈ। ਉਸ ਨੂੰ ਧਿਆਨ 'ਚ ਰੱਖਦਿਆਂ ਹੋਇਆ ਆਲਰੇਡੀ ਇੱਕ ਬੁੱਕ ਲਾਂਚ ਹੋ ਚੁੱਕੀ ਹੈ ਐਗਰੀਕਲਚਰ ਦੀ। ਠੀਕ ਹੈ। ਜੋ ਮੋਸਟ ਇੰਪੋਰਟੈਂਟ ਸਬਜੈਕਟ ਹੈ ਪਟਵਾਰੀ ਵਿੱਚ। ਠੀਕ ਹੈ। ਤਾਂ ਤੁਸੀਂ ਉਸ ਲਈ ਕੀ ਕਰ ਸਕਦੇ ਹੋ, ਜੇ ਤੁਹਾਨੂੰ ਉਹ ਬੁੱਕ ਲੈਣੀ ਹੈ, ਠੀਕ ਹੈ, ਉਸ ਨੂੰ ਤੁਸੀਂ WhatsApp 'ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਤਾਂ ਕਾਲ ਕਰ ਸਕਦੇ ਹੋ। ਕਾਲ ਜਿਹੜਾ ਓਫੀਸ਼ੀਅਲ ਨੰਬਰ ਹੈ ਉਹ ਤੁਹਾਨੂੰ YouTube 'ਤੇ ਮਿਲ ਜਾਏਗਾ ਜਾਂ ਤੁਹਾਡੇ ਕੋਲ ਹੋਏਗਾ ਹੀ, ਕਿਉਂਕਿ ਆਲਰੇਡੀ ਉਹ ਹਰੇਕ ਕਿੱਥੇ ਪ੍ਰੋਵਾਈਡ ਕੀਤਾ ਜਾਂਦਾ ਹੈ। ਠੀਕ ਹੈ ਫਰੈਂਡਸ। ਸੋ ਉਸ ਤੋਂ ਇਲਾਵਾ ਆਪਣੇ ਆਲਰੇਡੀ ਕੋਰਸਿਸ ਚੱਲ ਰਹੇ ਨੇ। ਠੀਕ ਹੈ। ਤਾਂ ਕੋਰਸਿਸ ਵਿੱਚ ਤੁਸੀਂ ਦੇਖਣਾ ਚਾਹੋਗੇ ਜਿਹੜਾ NDT ਦਾ ਕੋਰਸ ਚੱਲ ਰਿਹਾ ਆਪਣਾ। ਠੀਕ ਹੈ। ਉਸ ਤੋਂ ਇਲਾਵਾ ਆਪਣਾ ਨੈਬ ਤਹਿਸੀਲਦਾਰ ਦਾ ਕੋਰਸ ਸਟਾਰਟ ਹੋ ਚੁੱਕਾ ਹੈ। ਜੇ ਤੁਸੀਂ ਉਹ ਲੈਣਾ ਚਾਹੁੰਦੇ ਹੋ ਤਾਂ ਜਾ ਕੇ ਤੁਸੀਂ ਵੈਬਸਾਈਟ 'ਤੇ ਸਰਚ ਕਰਨਾ, ਤੁਹਾਨੂੰ ਉੱਥੇ ਕੋਰਸ ਪ੍ਰੋਵਾਈਡ ਮਿਲ ਜਾਏਗਾ। ਜਾਂ ਤੁਸੀਂ ਟੈਲੀਗ੍ਰਾਮ ਜੁਆਇਨ ਕਰ ਲਓ, ਉੱਥੇ ਤੁਹਾਨੂੰ ਹਮੇਸ਼ਾ ਅਪਡੇਟਸ ਮਿਲਦੇ ਰਹਿੰਦੇ ਨੇ। ਠੀਕ ਹੈ। ਅਤੇ ਮੰਨ ਲਓ ਹੁਣ ਪਟਵਾਰੀ ਦੀਆਂ ਪੋਸਟਾਂ ਆਉਣੀਆਂ ਹੀ ਆਉਣੀਆਂ, ਦੈਨ ਉਹਦੇ ਲਈ ਤੁਹਾਨੂੰ ਅਕਾਊਂਟਸ ਵੀ ਪੜ੍ਹਨਾ ਜ਼ਰੂਰੀ ਹੋਏਗਾ। ਠੀਕ ਹੈ। ਅਕਾਊਂਟ ਤੁਸੀਂ ਜਿਹੜੇ ਬੱਚੇ ਮਤਲਬ ਕਿ ਜਿਨ੍ਹਾਂ ਕੋਲ ਹਾਲੇ ਫਾਈਨੈਂਸ਼ੀਅਲ ਸੋਰਸ ਇੰਨਾ ਨਹੀਂ ਹੈ, ਉਹ ਬੱਚੇ YouTube ਤੋਂ ਪੜ੍ਹ ਲੈਣ। ਠੀਕ ਹੈ। YouTube 'ਤੇ ਮੇਰੇ 65 ਲੈਕਚਰਸ ਨੇ। ਠੀਕ ਹੈ। ਉਹ ਆਲਰੇਡੀ ਨਾ ਪੂਰਾ 99% ਸਿਲੇਬਸ ਕੰਪਲੀਟ ਹੈ ਉਸ ਵਿੱਚ। ਡਨ। ਪੂਰੇ ਮੈਂ 100% ਕਿਉਂ ਨਹੀਂ ਕਹਿ ਰਿਹਾ, ਕਿਉਂਕਿ 1 ਜਾਂ 2% ਕੁਝ ਨਾ ਕੁਝ ਰਹਿ ਜਾਂਦਾ ਹੁੰਦਾ, ਤਾਂ 99% ਆਪਣਾ ਸਿਲੇਬਸ ਕੰਪਲੀਟ ਹੈ। ਡਨ। ਤੁਸੀਂ ਇਹ ਨਾ ਦੇਖਣਾ ਜਿਵੇਂ ਪੈਨ ਲੈਕਚਰ ਵਿੱਚ ਮੈਂ ਪਾਰਟ 1 ਕਰਾਇਆ ਤਾਂ ਉਸ ਤੋਂ ਅਗਲਾ ਲੈਕਚਰ ਕਿੱਥੇ ਗਿਆ। ਤੁਸੀਂ 64 ਲੈਕਚਰ ਵੀ ਕਰ ਲਏ ਨਾ, ਤੁਹਾਡੇ ਲਈ ਬਹੁਤ ਹੈ। ਠੀਕ ਹੈ। ਅਤੇ ਜਿਹੜੇ ਬੱਚਿਆਂ ਦੇ ਫਾਈਨੈਂਸ਼ੀਅਲ ਸੋਰਸ ਅੱਛੇ ਹੈ, ਜਿਨ੍ਹਾਂ ਨੂੰ ਲੱਗਦਾ ਕਿ ਤਿਆਰੀ ਨੂੰ ਆਪਾਂ ਨੇ ਹੋਰ ਅੱਛਾ ਕਰਨਾ, ਠੀਕ ਹੈ, ਉਹ ਐਪ ਜੁਆਇਨ ਕਰਨ। ਉਸ ਵਿੱਚ ਪਟਵਾਰੀ ਕੋਰਸ ਅਵੇਲੇਬਲ ਹੈ। ਡਨ। ਉਸ ਵਿੱਚ ਪਟਵਾਰੀ ਕੋਰਸ ਵਿੱਚ ਤੁਹਾਨੂੰ ਮੇਰੇ ਲੈਕਚਰਸ ਮਿਲਣਗੇ। ਡਨ। ਉਹ ਜਲਦੀ ਤੋਂ ਜਲਦੀ ਤਿਆਰੀ ਕਰਾਉਣ ਵਾਲੀ ਚੀਜ਼ ਹੈ। ਉਹ ਮੈਂ 30 ਲੈਕਚਰਾਂ ਵਿੱਚ ਸਾਰਾ ਸਿਲੇਬਸ
ਖਤਮ ਕਰਵਾਇਆ। ਉਸ ਤੋਂ ਬਾਅਦ ਮੈਨੇ 1000 MCQs ਦੀ ਪ੍ਰੈਕਟਿਸ ਕਰਵਾਈ। ਠੀਕ ਹੈ, ਤਾਂ ਟੋਟਲ ਮੇਰੇ 65 ਲੈਕਚਰ ਹੈ ਉਸ ਵਿੱਚ ਵੀ, 65 ਨਹੀਂ 60 ਲੈਕਚਰ ਹੈ ਸੋਰੀ। ਡਨ। ਤਾਂ ਜੇ ਤੁਹਾਨੂੰ ਇਕੱਲਾ ਸਿੰਗਲ ਐਗਰੀਕਲਚਰ ਅਤੇ ਅਕਾਊਂਟਸ ਦਾ ਕੋਰਸ ਖਰੀਦਣਾ, ਉਹ ਵੀ ਤੁਸੀਂ ਐਪ ਤੋਂ ਜਾ ਕੇ ਖਰੀਦ ਸਕਦੇ ਹੋ। ਉਹ ਤੁਹਾਨੂੰ ਘੱਟ ਮਤਲਬ ਤੁਹਾਡਾ ਉਹਦਾ ਪ੍ਰਾਈਸ ਬਹੁਤ ਘੱਟ ਹੋਏਗਾ। ਠੀਕ ਹੈ, ਆਈ ਥਿੰਕ 1000 ਰੁਪਏ ਹੋਏਗਾ ਸਿਰਫ। ਓਕੇ, ਸੋ ਸਟਾਰਟ ਕਰਦੇ ਹਾਂ। ਮਾਫ ਕਰਨਾ, ਪਹਿਲਾ ਕੁਐਸਚਨ ਦੇਖੋ, ਆਧੁਨਿਕ ਸਿੱਖਿਆ ਵਿੱਚ ਬੱਚੇ ਦੇ ਕਿਸ ਵਿਕਾਸ 'ਤੇ ਜ਼ੋਰ ਦਿੱਤਾ ਜਾਂਦਾ ਹੈ। ਠੀਕ ਹੈ, ਕਨਸੈਪਟ ਹੀ ਪੜ੍ਹੋ, ਆਪਾਂ ਚਾਈਲਡ ਸੈਂਟਰ ਨੂੰ ਲੈ ਕੇ ਚੱਲ ਰਹੇ ਹਾਂ। ਠੀਕ ਹੈ, ਚਾਈਲਡ ਦੇ ਨੂੰ ਧਿਆਨ 'ਚ ਰੱਖਦੇ ਹੋਏ ਸਾਰੀ ਗੱਲਾਂ ਕਰਾਂਗੇ ਅਤੇ ਪ੍ਰੋਗਰੈਸਿਵ ਐਜੂਕੇਸ਼ਨ ਬਾਰੇ। ਠੀਕ ਹੈ, ਤਾਂ ਆਧੁਨਿਕ ਸਿੱਖਿਆ ਪ੍ਰੋਗਰੈਸਿਵ ਐਜੂਕੇਸ਼ਨ ਵਿੱਚ, ਠੀਕ ਹੈ, ਆਧੁਨਿਕ ਸਿੱਖਿਆ ਵਿੱਚ ਬੱਚੇ ਦੇ ਕਿਸ ਵਿਕਾਸ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਦੱਸੋ। ਬੱਚੇ ਦੇ ਉਹ ਸਰਪੱਖੀ ਵਿਕਾਸ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਪ੍ਰਾਚੀਨ ਕਾਲ ਵਿੱਚ ਸਿੱਖਿਆ ਦਾ ਉਦੇਸ਼ ਕੀ ਸੀ। ਠੀਕ ਹੈ, ਪ੍ਰਾਚੀਨ ਕਾਲ ਵਿੱਚ ਸਿੱਖਿਆ ਦਾ ਉਦੇਸ਼ ਕੀ ਸੀ, ਦੱਸੋ। ਬੱਚਿਆਂ ਨੂੰ ਕੁਝ ਕੁ ਗਿਆਨ ਦੇਣਾ ਸੀ। ਠੀਕ ਹੈ, ਕੁਝ ਕੁ ਗਿਆਨ ਦੇਣਾ ਜ਼ਰੂਰੀ ਸੀ। ਓਕੇ, ਕੁਝ ਕੁ ਗਿਆਨ ਦੇਣਾ ਜ਼ਰੂਰੀ ਸੀ। ਪ੍ਰਾਚੀਨ ਕਾਲ ਵਿੱਚ ਸਿੱਖਿਆ ਦਾ ਉਦੇਸ਼ ਇਹ ਸੀ, ਜਿਵੇਂ ਗੁਰੂਕੁਲ ਹੁੰਦੇ ਸੀ ਨਾ, ਗੁਰੂਕੁਲ ਤੁਹਾਨੂੰ ਸੁਣੇ ਹੋਣੇ, ਤਾਂ ਉਸ ਵਿੱਚ ਇਹ ਚੀਜ਼ ਸਿਖਾਈ ਜਾਂਦੀ ਸੀ। ਉਸ ਵਿੱਚ ਜਿਹੜਾ ਕਾਫੀ ਘੱਟ ਬੱਚਿਆਂ ਦੀ ਉਮਰਾਂ ਨੂੰ ਵੀ ਜੁਆਇਨ ਕਰਵਾਇਆ ਜਾਂਦਾ ਸੀ। ਠੀਕ ਹੈ, ਬੱਚੇ ਦੇ ਸਰਵਪੱਖੀ ਵਿਕਾਸ ਲਈ ਅਧਿਆਪਕਾਂ ਨੂੰ, ਮਾਫ ਕਰਨਾ ਉਰੇ ਆੜਾ ਆਏਗਾ, ਅਧਿਆਪਕਾਂ ਨੂੰ ਕਿਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ, ਦੱਸੋ। ਬਾਲ ਮਨੋਵਿਗਿਆਨਿਕ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਠੀਕ ਹੈ, ਯਾਨੀ ਕਿ ਜੇ ਆਪਾਂ ਨੂੰ ਉਹਦਾ ਸਰਪੱਖੀ ਵਿਕਾਸ ਕਰਨਾ ਤਾਂ ਉਹਨਾਂ ਦੇ ਮਨੋਵਿਗਿਆਨਿਕ ਚੀਜ਼ਾਂ ਦਾ ਪਤਾ ਹੋਣ ਨਾ ਤੁਹਾਨੂੰ, ਉਹਨਾਂ ਦੀ ਸਾਈਕੋਲੋਜੀ ਤਾਂ ਪਤਾ ਹੋਵੇ ਨਾ ਤੁਹਾਨੂੰ। ਠੀਕ ਹੈ, ਯਾਨੀ ਕਿ ਉਹਨਾਂ ਦੇ ਮਤਲਬ ਕਿ ਉਹਨਾਂ ਦੀ ਐਕਟੀਵਿਟੀਜ਼ ਦੁਆਰਾ ਇਹ ਪਤਾ ਲਗਾਇਆ ਜਾ ਸਕਦਾ ਕਿ ਬੱਚਾ ਮਤਲਬ ਕਿ ਕੀ ਮਹਿਸੂਸ ਕਰ ਰਿਹਾ। ਅਤੇ ਜੇ ਤਾਂ ਸਪੋਜ਼ ਕਰੋ ਪੋਜ਼ੀਟਿਵ ਹੈ, ਕਈ ਵਾਰੀ ਕੀ ਹੁੰਦਾ, ਬੱਚਾ ਇਮੋਸ਼ਨਲੀ ਬਹੁਤ ਵੀਕ ਹੁੰਦਾ, ਅਤੇ ਉਸ ਦੀਆਂ ਜਿਹੜੀ ਇਮੋਸ਼ਨਲੀ ਵੀਕ ਹੁੰਦੀ ਹੈ ਉਹ ਰਿਫਲੈਕਸ਼ਨ ਉਹਨੂੰ ਉਹਦੇ ਚਿਹਰੇ 'ਤੇ ਦਿਖ ਜਾਂਦਾ, ਤਾਂ ਉਹ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਿਵੇਂ ਦਾ ਹੈ। ਠੀਕ ਹੈ, ਮਤਲਬ ਕਿ ਇਸ 'ਤੇ ਬੰਦਾ ਸਹੀ ਰਸਤੇ ਵੱਲ ਜਾ ਰਿਹਾ, ਗਲਤ ਰਸਤੇ ਵੱਲ ਜਾ ਰਿਹਾ, ਮਤਲਬ ਕਿ ਉਹ ਕਿਸੇ ਵੀ ਚੀਜ਼ 'ਚ ਇਨਫਲੂਐਂਸ ਹੋ ਜਾਏਗਾ। ਉਹ ਬੱਚਾ ਉਹ ਆਪਣੇ ਆਪ ਨੂੰ ਮਤਲਬ ਕਿ ਖੁਸ਼ ਕਰਨ ਲਈ ਕੁਛ ਵੀ ਕਰ ਸਕਦਾ, ਕਿਸੇ ਵੀ ਚੀਜ਼, ਕਿਸੇ ਵੀ ਗੰਦੀ ਸੰਗਤ ਵੱਲ ਚਲਾ ਜਾਏਗਾ ਬੱਚਾ। ਉਸਦੇ ਮਨੋਵਿਗਿਆਨਿਕ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਓਕੇ, ਉਸ ਤੋਂ ਬਾਅਦ ਮਾਫ ਕਰਨਾ, ਬਾਲ ਕੇਂਦਰਿਤ ਸਿੱਖਿਆ ਕੀ ਹੁੰਦੀ ਹੈ। ਬਾਲ ਕੇਂਦਰਿਤ, ਕੋਈ ਚਾਈਲਡ ਸੈਂਟਰ ਦੀ ਗੱਲ ਕਰ ਰਹੇ ਨੇ। ਚਾਈਲਡ ਸੈਂਟਰ ਸਿੱਖਿਆ ਕੀ ਹੁੰਦੀ ਹੈ, ਬੱਚਿਆਂ ਦੇ ਜਿਹੜੇ ਮਨੋਵਿਗਿਆਨ ਨੂੰ ਸਮਝ ਕੇ ਸਿੱਖਿਆ ਦੇਣੀ ਚਾਹੀਦੀ ਹੈ। ਠੀਕ ਹੈ, ਬੱਚਿਆਂ ਨੂੰ ਸਮਝਣਾ ਜ਼ਰੂਰੀ ਹੈ। ਠੀਕ ਹੈ, ਉਹਨਾਂ ਨੂੰ ਸਮਝਣਾ ਜ਼ਰੂਰੀ ਹੈ। ਉਹਨਾਂ ਦੀ ਐਕਟਿਵ ਦੁਆਰਾ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਬੱਚਾ ਕਿਸ ਤਰ੍ਹਾਂ ਦਾ ਹੈ। ਉਸਦੇ ਹਾਵ ਭਾਵ ਤੋਂ ਪਤਾ ਲਗਾਇਆ ਜਾ ਸਕਦਾ ਕਿ ਬੱਚਾ ਕੀ ਸੋਚਦਾ ਹੈ, ਬੱਚੇ ਨੂੰ ਕੀ ਪ੍ਰੋਬਲਮ ਹੈ, ਉਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਨੂੰ ਪੜ੍ਹਾਈ ਹੋ ਗਿਆਨ ਦੇਈ ਹੋ, ਠੀਕ ਹੈ, ਬਟ ਬੱਚਾ ਨਹੀਂ ਕੈਚ ਕਰ ਪਾ ਰਿਹਾ। ਠੀਕ ਹੈ, ਉਹ ਜਿਹੜਾ ਡਿਫਰੈਂਸ ਹੈ ਉਹਨੂੰ ਹੀ ਮਨੋਵਿਗਿਆਨੀ ਕਹਿੰਦੇ ਨੇ, ਕਿ ਬੱਚੇ ਦੀ ਅੰਦਰਲੀ ਸਥਿਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਓਕੇ, ਭਾਰਤੀ ਸਿੱਖਿਆ ਵਿੱਚ ਬਾਲ ਕੇਂਦਰਿਤ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਕਿਸ ਦੀ ਰਹੀ ਹੈ। ਤਾਂ ਇਹ ਚੀਜ਼ ਬਹੁਤ ਯਾਦ ਰੱਖਣੀ ਹੈ, ਇਹ ਹਮੇਸ਼ਾ ਗਿੱਜੂ ਭਾਈ ਦੀ ਰਹੀ ਹੈ। ਠੀਕ ਹੈ, ਇੱਕ ਮਸ਼ਹੂਰ ਹੋਏ ਨੇ, ਠੀਕ ਹੈ, ਮਸ਼ਹੂਰ ਵਿਦਵਾਨ ਸੀ, ਉਹਨਾਂ ਦੀ ਰਹੀ ਹੈ। ਦੈਨ ਗਿੱਜੂ ਭਾਈ ਨੇ ਬਾਲ ਕੇਂਦਰਿਤ ਸਿੱਖਿਆ ਵਿੱਚ ਕੀ ਯੋਗਦਾਨ ਪਾਇਆ। ਉਹਨਾਂ ਨੇ ਪਾਇਆ ਕਿ ਇਹ ਵੀ ਤਾਂ ਪਤਾ ਹੋਣਾ ਚਾਹੀਦਾ, ਬਾਲ ਮਨੋਵਿਗਿਆਨਿਕ ਨਾਲ ਸੰਬੰਧਿਤ ਕਈ ਕਿਤਾਬਾਂ ਵੀ ਲਿਖੀਆਂ ਨੇ। ਡਨ। ਓਕੇ, ਉਸ ਤੋਂ ਬਾਅਦ ਜੇ ਆਪਾਂ ਅੱਗੇ ਅਗਲਾ ਪ੍ਰਸ਼ਨ ਦੇਖੀਏ, ਆਧੁਨਿਕ ਸਿੱਖਿਆ ਕਿਹੜੀ ਹੈ। ਆਧੁਨਿਕ ਸਿੱਖਿਆ ਕਿਹੜੀ ਹੁੰਦੀ ਹੈ, ਪਤਾ ਤੁਹਾਨੂੰ। ਆਧੁਨਿਕ ਸਿੱਖਿਆ ਹੁੰਦੀ ਹੈ ਬਾਲ ਕੇਂਦਰਿਤ, ਕਿਉਂਕਿ ਇਸ ਵਿੱਚ ਬੱਚਿਆਂ ਨੂੰ ਸਰਪੱਖੀ ਵਿਕਾਸ ਦੇ ਉੱਪਰ ਧਿਆਨ ਦਿੱਤਾ ਜਾਂਦਾ। ਠੀਕ ਹੈ, ਉਹਨਾਂ ਦਾ ਬੇਸ ਸਟਰੋਂਗ ਕੀਤਾ ਜਾਂਦਾ, ਤਾਂ ਹੀ ਉਹ ਆਧੁਨਿਕ ਸਿੱਖਿਆ ਦੇਣੀ ਜ਼ਰੂਰੀ ਹੈ। ਬਾਲ ਕੇਂਦਰਿਤ ਸਿੱਖਿਆ ਦਾ ਮੁੱਖ ਉਦੇਸ਼ ਕੀ ਹੁੰਦਾ ਹੈ, ਦੱਸੋ। ਬੱਚਿਆਂ ਦੀਆਂ ਜ਼ਰੂਰਤਾਂ ਦੇ ਅਨੁਰੂਪ, ਮਾਫ ਕਰਨਾ ਉਰੇ ਨਾ ਮਿਸਪ੍ਰਿੰਟ ਹੈ, ਬੱਚਿਆਂ ਦੀ ਜ਼ਰੂਰਤਾਂ ਦੇ ਅਨੁਰੂਪ ਪੜ੍ਹਾਉਣਾ। ਠੀਕ ਹੈ, ਯਾਨੀ ਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਜ਼ਰੂਰਤ ਹੈ ਉਸ ਦੇ ਮੁਤਾਬਿਕ ਆਪਾਂ ਉਹਨਾਂ ਨੂੰ ਪੜ੍ਹਾਉਣਾ। ਕਿਉਂਕਿ ਕੋਈ ਬੱਚਾ ਹੁੰਦਾ ਕਿ ਮਤਲਬ ਕਿ ਉਹ ਕਨਸੈਪਟ ਨੂੰ ਨਹੀਂ ਸਮਝ ਪਾ ਰਿਹਾ, ਤਾਂ ਆਪਾਂ ਉਹਨੂੰ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਕਿਉਂ ਨਹੀਂ ਸਮਝ ਪਾ ਰਿਹਾ ਉਸ ਕਨਸੈਪਟ ਨੂੰ, ਜਾਂ ਉਸ ਚੀਜ਼ ਨੂੰ ਕਿਉਂ ਨਹੀਂ ਸਿੱਖ ਪਾ ਰਿਹਾ। ਜਾਂ ਤਾਂ ਬੱਚਾ ਸਲੋ ਹੈ, ਜਾਂ ਤਾਂ ਬੱਚੇ ਦਾ ਧਿਆਨ ਨਹੀਂ ਹੈ,
ਤਾਂ ਕੁਝ ਐਸੀ ਗਤੀਵਿਧੀਆਂ, ਕੁਝ ਐਸੀ ਐਕਟੀਵਿਟੀ ਜਿਸ ਦੇ ਨਾਲ ਬੱਚੇ ਨੂੰ ਆਪਾਂ ਸਹੀ ਮੁਕਾਮ 'ਤੇ ਲੈ ਆਈਏ, ਸਹੀ ਵਿਸ਼ੇ 'ਤੇ ਲੈ ਆਈਏ। ਬਾਲ ਕੇਂਦਰੀ ਸਿੱਖਿਆ ਵਿੱਚ ਕਿਸ ਵਿਦਵਾਨ ਦਾ ਜ਼ਿਆਦਾ ਯੋਗਦਾਨ ਹੈ? ਉਹੀ ਗੱਲ ਆ ਜਾਂਦੀ ਹੈ, ਸਭ ਤੋਂ ਜ਼ਿਆਦਾ ਯੋਗਦਾਨ ਭਾਈ ਗਿੱਜੂ ਜੀ ਦਾ। ਕਿਹੜੇ ਵਿਦਵਾਨਾਂ ਦੇ ਵਿਕਾਰ ਦੇ ਧਾਰ ਤੋਂ ਗਜਾ ਕੇ ਪ੍ਰੋਜੈਕਟ ਪ੍ਰਛਾਲੀ ਦਾ ਜਨਮ ਹੋਇਆ? ਸੋਰੀ, ਇਹ ਰਹਿਣ ਦਿਓ, ਇਹ ਮਿਸਪ੍ਰਿੰਟ ਹੈ। ਓਕੇ। ਪ੍ਰਗਤੀਸ਼ੀਲ ਸਿੱਖਿਆ ਦੇ ਅਧੀਨ ਡੀਵੀ ਸਿੱਖਿਆ ਵਿੱਚ ਕਿੰਨੇ ਤੱਤ ਦਾ ਮਹੱਤਵਪੂਰਨ ਯੋਗਦਾਨ ਹੈ? ਅਧੀਨ ਆਏਗਾ ਔਰ ਉਹ ਹੈਗਾ 2। ਠੀਕ ਹੈ। ਪ੍ਰਗਤੀਸ਼ੀਲ ਸਿੱਖਿਆ ਅਨੁਸਾਰ ਗਿਆਨ ਕਿਸ ਦਾ ਨਤੀਜਾ ਹੈ? ਪ੍ਰਗਤੀਸ਼ੀਲ ਸਿੱਖਿਆ ਦੇ ਅਨੁਸਾਰ ਗਿਆਨ ਕਿਸ ਦਾ ਨਤੀਜਾ ਹੈ? ਕਰਮ ਦਾ ਨਤੀਜਾ ਹੈ। ਕਿਸ ਦਾ ਨਤੀਜਾ ਹੈ? ਕਰਮ ਦਾ ਨਤੀਜਾ ਹੈ। ਪ੍ਰਗਤੀਸ਼ੀਲ ਸਿੱਖਿਆ ਵਿੱਚ ਕਿਹਨਾਂ ਵਿਧੀਆਂ ਨੂੰ ਸਿੱਖਿਆ ਲਈ ਅਪਣਾਇਆ ਜਾਂਦਾ ਹੈ? ਮਾਫ ਕਰਨਾ, ਪ੍ਰਗਤੀਸ਼ੀਲ ਸਿੱਖਿਆ ਵਿੱਚ ਕਿਹਨਾਂ ਵਿਧੀਆਂ ਨੂੰ ਸਿੱਖਿਆ ਲਈ ਅਪਣਾਇਆ ਜਾਂਦਾ ਹੈ? ਅਪਣਾਇਆ ਆਏਗਾ ਔਰ ਦੱਸੋ ਕਿਹੜੀ ਕਿਹੜੀ ਚੀਜ਼ ਅਪਣਾਈ ਜਾਂਦੀ ਹੈ? ਪ੍ਰੋਜੈਕਟ ਵਿਧੀ ਅਪਣਾਈ ਜਾਂਦੀ ਹੈ, ਸਮੱਸਿਆ ਵਿਧੀ ਅਪਣਾਈ ਜਾਂਦੀ ਹੈ, ਪ੍ਰੋਬਲਮ ਸੋਲਵਿੰਗ। ਠੀਕ ਹੈ। ਇਹ 'ਚ ਰੀਜ਼ਨਿੰਗ ਲਾ ਲਓ ਤੁਸੀਂ। ਡਨ। ਪ੍ਰੋਜੈਕਟ ਵਿਧੀ ਟਾਸਕ ਓਰੀਐਂਟਡ, ਪ੍ਰੋਜੈਕਟ ਓਰੀਐਂਟਡ ਮਤਲਬ ਟਾਸਕ ਓਰੀਐਂਟਡ ਵਿਧੀ ਅਤੇ ਕਿਰਿਆ ਵਿਧੀ। ਠੀਕ ਹੈ। ਕੋਈ ਐਕਟੀਵਿਟੀ ਵਿਧੀ। ਡਨ। ਉਸ ਤੋਂ ਕਹਿੰਦੇ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝ ਕੇ ਆਧੁਨਿਕ ਸਿੱਖਿਆ ਦੇਣ ਦੀ ਪ੍ਰਣਾਲੀ ਨੂੰ ਕੀ ਕਹਿੰਦੇ ਨੇ? ਸੋਰੀ, ਉਹ ਆਧੁਨਿਕ ਆਏਗਾ, ਤੁਹਾਨੂੰ ਜਿਹੜਾ PDF ਮਿਲੇਗਾ ਬਿਲਕੁਲ ਸਹੀ ਮਿਲੇਗਾ। ਠੀਕ ਹੈ। ਪ੍ਰਣਾਲੀ ਨੂੰ ਕੀ ਕਹਿੰਦੇ ਨੇ ਦੱਸੋ? ਬਾਲ ਕੇਂਦਰਿਤ ਪ੍ਰਣਾਲੀ ਕਿਹਾ ਜਾਂਦਾ ਹੈ। ਓਕੇ। ਉਹਦੇ ਨਾਣਾ ਆਏਗਾ। ਡਨ। ਉਸ ਤੋਂ ਬਾਅਦ ਆਧੁਨਿਕ ਸਿੱਖਿਆ ਕਿਸ 'ਤੇ ਆਧਾਰਿਤ ਹੈ? ਆਧੁਨਿਕ ਸਿੱਖਿਆ ਬਾਲ ਕੇਂਦਰੀ 'ਤੇ ਆਧਾਰਿਤ ਹੈ। ਡਨ। ਉਸ ਤੋਂ ਬਾਅਦ ਵਿਅਕਤੀ, ਉਰੇ ਆਏਗਾ ਹੁਣ ਆੜਾ। ਵਿਅਕਤੀ ਦੇ ਵਿਕਾਸ ਦਾ ਪਤਾ ਕਿਸ ਵਿਧੀ ਰਾਹੀਂ ਚੱਲਦਾ ਹੈ? ਵਿਅਕਤੀ ਦੇ ਵਿਕਾਸ ਦਾ ਪਤਾ ਉਸਦੇ ਮੁਲਾਂਕਣ ਰਾਹੀਂ ਪਤਾ ਲੱਗਦਾ ਹੈ। ਯਾਨੀ ਕਿ ਜਦੋਂ ਉਹਨੂੰ ਆਪਾਂ ਐਨਾਲਾਈਜ਼ ਕਰਦੇ ਹਾਂ ਤਾਂ ਹੀ ਉਸਦੇ ਵਿਕਾਸ ਦਾ ਪਤਾ ਲੱਗਦਾ ਹੈ। ਐਨਾਲਾਈਜ਼ ਮਤਲਬ ਉਸਨੂੰ ਐਗਜ਼ਾਮਿਨ ਕਰਦੇ ਹਾਂ। ਡਨ। ਸਾਰੀਆਂ ਮੁਲਾਂਕਣ ਵਿਧੀਆਂ ਕਿਸ 'ਤੇ ਆਧਾਰਿਤ ਨੇ? ਸਾਰੀਆਂ ਮੁਲਾਂਕਣ ਵਿਧੀਆਂ ਕਿਸ 'ਤੇ ਆਧਾਰਿਤ ਨੇ? ਮਨੋਵਿਗਿਆਨਿਕ ਤੱਥਾਂ ਦੇ ਉੱਤੇ ਆਧਾਰਿਤ ਨੇ। ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ, ਪ੍ਰਗਤੀਵਾਦ ਸਿੱਖਿਆ ਦੇ ਸੰਕਲਪ ਵਿੱਚ ਕਿਸ ਨੇ ਯੋਗਦਾਨ ਦਿੱਤਾ? ਪ੍ਰਗਤੀਵਾਦ ਸਿੱਖਿਆ ਦੇ ਸੰਕਲਪ ਵਿੱਚ ਇੱਕ ਵਿਦਵਾਨ ਸੀ DV ਨਾਮ ਦੇ, ਉਹਨਾਂ ਨੇ ਯੋਗਦਾਨ ਦਿੱਤਾ। ਉਸ ਤੋਂ ਬਾਅਦ ਕਹਿੰਦੇ RT ਯਾਨੀ ਕਿ ਰਾਈਟ ਟੂ ਐਜੂਕੇਸ਼ਨ ਦਾ ਮੁੱਖ ਮਹੱਤਵ ਕੀ ਸੀ? ਦੱਸੋ। ਉਹਨਾਂ ਦਾ ਮਹੱਤਵ ਇਹ ਸੀ ਕਿ ਜਾਤੀ, ਭਾਸ਼ਾ, ਧਰਮ, ਲਿੰਗ ਆਦਿ ਦੇ ਭੇਦਭਾਵ ਤੋਂ ਬਿਨਾਂ ਸਿੱਖਿਆ ਗ੍ਰਹਿਣ ਕਰਨਾ। ਓਕੇ। ਉਸ ਤੋਂ ਬਾਅਦ ਕਹਿੰਦੇ RT ਦਾ ਅਰਥ ਕੀ ਹੁੰਦਾ ਹੈ? RT ਦਾ ਅਰਥ ਹੁੰਦਾ ਹੈ, ਦੱਸੋ। RT ਦਾ ਕੀ ਅਰਥ ਹੁੰਦਾ ਹੈ? ਰਾਈਟ ਟੂ ਐਜੂਕੇਸ਼ਨ ਯਾਨੀ ਕਿ ਸਿੱਖਿਆ ਦਾ ਅਧਿਕਾਰ। ਸਿੱਖਿਆ ਦਾ ਅਧਿਕਾਰ। ਬੱਚੇ ਦੀ ਸਿੱਖਿਆ ਦਾ ਸਭ ਤੋਂ ਅਹਿਮ ਤੇ ਪਹਿਲਾ ਕੇਂਦਰ ਕਿਹੜਾ ਹੁੰਦਾ ਹੈ? ਦੱਸੋ। ਪਰਿਵਾਰ ਹੀ ਹੁੰਦਾ ਹੈ। ਡਨ। ਯਾਨੀ ਕਿ ਬੱਚੇ ਦੀ ਸਿੱਖਿਆ ਸਭ ਤੋਂ ਪਹਿਲਾਂ ਉਸਨੂੰ ਪਰਿਵਾਰ ਤੋਂ ਹੀ ਮਿਲਦੀ ਹੈ ਨਾ। ਜੰਮੇ ਸਾਰ ਤਾਂ ਨਹੀਂ ਬੱਚਾ ਸਕੂਲ ਚਲਾ ਜਾਂਦਾ, ਜੰਮੇ ਸਾਰ ਤਾਂ ਨਹੀਂ ਕੋਈ ਇੰਸਟੀਟਿਊਟ ਚਲਾ ਜਾਂਦਾ। ਡਨ। ਸਕੂਲਾਂ ਵਿੱਚ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੀ ਉਪਾਅ ਹੈ? ਮਤਲਬ ਕਿ ਕੀ ਸਲਾਹ ਦਿੱਤੀ ਜਾਂਦੀ ਹੈ? ਮਤਲਬ ਕਿ ਕੀ ਕਰਨਾ ਚਾਹੀਦਾ? ਅਧਿਆਪਕ, ਮਾਪੇ ਮਿਲਣੀ ਹੋਣੀ ਚਾਹੀਦੇ ਨੇ, ਯਾਨੀ ਕਿ ਉਹ ਮਾਪਿਆਂ ਨੂੰ ਮਿਲਣਾ ਉਹਨਾਂ ਦਾ ਜ਼ਰੂਰੀ ਹੋਣਾ ਚਾਹੀਦਾ। ਇਸ ਵਿੱਚ ਅਧਿਆਪਕ ਜਿਹੜੇ ਹੈ ਮਾਪਿਆਂ ਪ੍ਰਤੀ ਜਾਣਕਾਰੀ ਸਾਂਝੀ ਕਰਦੇ ਨੇ। ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਅਧਿਆਪਕ ਜਿਹੜੇ ਨੇ ਉਹ ਮਾਪਿਆਂ ਨੂੰ ਮਿਲਣਾ ਜ਼ਰੂਰ ਚਾਹੀਦਾ। ਠੀਕ ਹੈ। ਇਹਦੇ ਨਾਲ ਕੀ ਹੁੰਦਾ ਕਿ ਜਿਹੜੇ ਮਾਪੇ ਜਿਹੜੇ ਬੱਚਿਆਂ ਪ੍ਰਤੀ ਆਪਣੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਅਧਿਆਪਕ ਨੂੰ ਦਿੰਦੇ ਨੇ, ਅਤੇ ਅਧਿਆਪਕ ਫਿਰ ਉਹਨਾਂ ਦੇ ਮਨੋਵਿਗਿਆਨ ਨੂੰ ਸਮਝ ਕੇ ਆਪਣੀ ਸਿੱਖਿਆ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦਾ, ਜਿਸ ਵਿੱਚ ਉਹ ਪ੍ਰੋਜੈਕਟ ਵਿਧੀ ਕਰਦਾ। ਠੀਕ ਹੈ। ਟਾਸਕ ਓਰੀਐਂਟਡ ਗੱਲਾਂ ਕਰਦਾ, ਕੰਮ ਕਰਵਾਉਂਦਾ, ਐਕਟੀਵਿਟੀਜ਼ ਕਰਾਉਂਦਾ। ਠੀਕ ਹੈ। ਉਸਦੀ ਕਿਸ ਤਰ੍ਹਾਂ ਦੀ ਸਿੱਖਿਆ, ਉਸ ਮੁਤਾਬਿਕ ਪ੍ਰੋਜੈਕਟ ਵਿਧੀ ਚੱਲਦੀ ਹੈ ਕਿ ਉਸ ਤੋਂ ਕੀ ਕੰਮ ਕਰਵਾਉਣੇ ਨੇ, ਜਿਸ ਦੇ ਨਾਲ ਬੱਚੇ ਦੀ ਕੀ ਕੀਤੀ ਜਾ ਸਕੇ, ਬੱਚੇ ਦੀ ਗਰੋਥ ਸਹੀ ਤਰੀਕੇ ਨਾਲ ਲਿਆਈ ਜਾ ਸਕੇ। ਇਸ 'ਚ ਐਗਜ਼ਾਮਪਲ ਦੇਵਾਂਗਾ ਤੁਹਾਨੂੰ ਮੈਂ, ਤਾਰੇ ਜ਼ਮੀਨ ਪਰ। ਠੀਕ ਹੈ। ਬੱਚਾ ਦੇਖੋ ਕੀ ਸੀ, ਉਹ ਬੱਚਾ ਇੰਨਾ ਹੁਸ਼ਿਆਰ ਬੱਚਾ ਸੀ। ਡਨ। ਬਟ ਉਸਦਾ ਰਸਤਾ, ਉਸਦੇ ਮਨੋਵਿਗਿਆਨ ਨੂੰ ਸਮਝ ਨਹੀਂ ਪਾਇਆ, ਕੋਈ ਨਹੀਂ ਸਮਝ ਪਾਇਆ ਨਾ, ਕੋਈ ਨਾ ਤਾਂ ਮਾਂ ਪਿਓ ਸਮਝ ਪਾਏ ਨਾ ਟੀਚਰ ਸਮਝ ਪਾਏ। ਕਿੰਨੇ ਸਮਝਿਆ? ਜੋ ਐਕਚੁਅਲ ਜਾਣਦਾ ਸੀ ਬੱਚੇ ਨੂੰ, ਜੋ ਐਕਚੁਅਲ 'ਚ ਉਹਨੇ ਐਕਸਪੀਰੀਅੰਸ ਕੀਤਾ ਹੋਇਆ ਸੀ। ਹੈ ਉਸ ਅਮੀਰ ਖਾਨ ਨੇ ਸਮਝਿਆ ਕਿਉਂਕਿ ਉਹ ਖੁਦ ਉਸ ਚੀਜ਼ 'ਚੋਂ ਲੰਘ ਚੁੱਕਾ ਸੀ, ਉਹਨੂੰ ਪਤਾ ਸੀ। ਇਸੇ ਕਰਕੇ ਉਸਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਸਨੇ ਉਸਦੀ ਐਕਟੀਵਿਟੀਜ਼ ਦੇਖੀਆਂ, ਉਹਦਾ ਪੁਰਾਣਾ ਰਿਕਾਰਡ ਦੇਖਿਆ, ਉਹਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਅਕਸ਼ਰਾਂ ਨੂੰ ਉਲਟਾ ਕਿਉਂ ਲਿਖਦਾ। ਇਹਨੂੰ ਕਹਿੰਦੇ ਮਨੋਵਿਗਿਆਨ। ਉਹਨਾਂ ਦੇ ਮਨੋਵਿਗਿਆਨ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਉਸਨੇ। ਡਨ।
ਉਸ ਤੋਂ ਕਹਿੰਦੇ ਪ੍ਰੋਜੈਕਟ ਪ੍ਰਣਾਲੀ ਦਾ ਪ੍ਰਯੋਗ ਕਿਸ ਸਿੱਖਿਆ ਦਾ ਭਾਗ ਹੈ। ਪ੍ਰੋਜੈਕਟ ਪ੍ਰਣਾਲੀ ਦਾ ਪ੍ਰਯੋਗ ਮਨੋਵਿਗਿਆਨਿਕ ਸਿੱਖਿਆ ਦਾ ਭਾਗ ਹੈ। ਅਧਿਆਪਕ ਨੂੰ ਸਕੂਲ ਵਿੱਚ ਕਿਹੋ ਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ। ਅਧਿਆਪਕ ਨੂੰ ਸਕੂਲ ਵਿੱਚ ਕਿਹੋ ਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ, ਦੱਸੋ। ਬੱਚੇ ਦੇ ਸਮਾਜਿਕ ਵਿਅਕਤੀਤਵ ਅਤੇ ਵਿਕਾਸ ਵਾਲਾ, ਠੀਕ ਹੈ, ਸਮਾਜਿਕ ਵਿਅਕਤੀਤਵ ਅਤੇ ਦੇ ਵਿਕਾਸ ਵਾਲਾ, ਸਮਝ ਰਹੇ ਹੋ ਕਿ ਅਧਿਆਪਕ ਨੂੰ ਸਕੂਲ ਵਿੱਚ ਕਿਹੋ ਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ। ਬੱਚੇ ਦੇ ਸਮਾਜਿਕ ਵਿਅਕਤੀਤਵ ਦੇ ਵਿਕਾਸ ਵਾਲਾ ਮਾਹੌਲ ਸਾਨੂੰ ਪੈਦਾ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਕਿਸ ਵਿਦਵਾਨ ਦੇ ਵਿਚਾਰਾਂ ਦੇ ਆਧਾਰ 'ਤੇ ਪ੍ਰੋਜੈਕਟ ਪ੍ਰਣਾਲੀ ਦਾ ਜਨਮ ਹੋਇਆ। ਡੀਵੀ ਇੱਕ ਵਿਦਵਾਨ ਸੀ, ਠੀਕ ਹੈ। ਉਹਨੂੰ ਤੁਹਾਨੂੰ ਇਵੇਂ ਯਾਦ ਰੱਖਣਾ ਪੈਣਾ ਡੀਵੀ ਦੇ ਨਾਮ ਤੋਂ, ਠੀਕ ਹੈ। ਉਹਦਾ ਪੂਰਾ ਨਾਮ ਕੀ ਸੀ? ਜੌਨ ਡੀਵੀ ਜਾਂ ਡੀਵੀ, ਇਸ ਨਾਮ ਨਾਲ ਜਾਣਿਆ ਜਾਂਦਾ ਸੀ। ਉਹ ਕਿਸ ਦੇਸ਼ ਦੇ ਮਨੋਵਿਗਿਆਨਿਕ ਸੀ, ਦੱਸੋ? ਉਹ ਅਮਰੀਕਾ ਦੇ ਮਨੋਵਿਗਿਆਨਿਕ ਸੀ। ਡਨ। ਸਿੱਖਿਆ ਦਾ ਇੱਕ ਕੀ ਉਦੇਸ਼ ਹੈ? ਬੱਚਿਆਂ ਵਿੱਚ ਸ਼ਕਤੀਆਂ ਦਾ ਵਿਕਾਸ ਕਰਨਾ। ਸ਼ਕਤੀਆਂ ਦਾ ਮਤਲਬ ਇਹ ਨਹੀਂ ਹੈ ਕਿ ਕੁਝ ਹੋਰ ਸ਼ਕਤੀਆਂ, ਉਹਨਾਂ ਦੀ ਡਿਵੈਲਪਮੈਂਟ ਕਰਨੀ, ਉਹਨਾਂ ਦੀ ਪਾਵਰ ਵਧਾਉਣੀ, ਸਮਝ ਰਹੇ ਹੋ? ਉਹਨਾਂ ਦੀ ਸਟਰੈਂਥ ਵਧਾਉਣੀ, ਠੀਕ ਹੈ, ਵਿਲ ਪਾਵਰ ਵਧਾਉਣੀ। ਉਸ ਤੋਂ ਬਾਅਦ ਅਗਲਾ ਦੇਖੋ, ਪ੍ਰਗਤੀਸ਼ੀਲ ਸਿੱਖਿਆ ਅਨੁਸਾਰ, ਠੀਕ ਹੈ, ਜਿੱਥੇ ਇਵੇਂ ਆ ਜਾਣਾ ਸਮਝ ਲੈਣਾ ਆੜਾ ਹੈ ਉੱਥੇ, ਅਨੁਸਾਰ ਅਧਿਆਪਕ ਕਿਸ ਦਾ ਸੇਵਕ ਹੁੰਦਾ ਹੈ? ਅਧਿਆਪਕ ਜਿਹੜਾ ਹੁੰਦਾ ਸਮਾਜ ਦਾ ਸੇਵਕ ਹੁੰਦਾ। ਜੋ ਮਰਜ਼ੀ ਲਾ ਲਓ, ਭਾਵੇਂ PM ਹੈ, ਉਹ ਕਿਹਦਾ ਸੇਵਕ ਹੈ? ਜਨਤਾ ਦਾ ਸੇਵਕ ਹੈ। ਇਸੇ ਤਰੀਕੇ ਨਾਲ ਅਧਿਆਪਕ ਜਿਹੜਾ ਕਿਹਦਾ ਸੇਵਕ ਹੈ? ਸਮਾਜ ਦਾ ਸੇਵਕ ਹੈ। ਇਹਨੇ ਕੀ ਦੇਣੀ ਹੈ? ਆਪਣੀ ਸਰਵਿਸ ਦੇਣੀ ਹੈ। ਇਹਨੇ ਕੀ ਦੇਣਾ? ਗਿਆਨ ਦੇਣਾ। ਇਹਨੇ ਕੀ ਦੇਣਾ? ਇੱਕ ਬੱਚੇ ਨੂੰ ਚੰਗੀ ਤਰ੍ਹਾਂ ਸਿੱਖਿਆ ਦੇ ਕੇ ਉਹਨੂੰ ਅੱਛਾ ਪ੍ਰਪੱਖ ਬਣਾਉਣਾ, ਦੈਨ ਤਾਂ ਕਿ ਉਹ ਸਮਾਜ 'ਚ ਉਹ ਚੀਜ਼ਾਂ ਨਾ ਕਰੇ ਜਿਹਦੇ ਨਾਲ ਨੁਕਸਾਨ ਹੋ ਸਕਦਾ, ਠੀਕ ਹੈ। ਮਤਲਬ ਕਿ ਜੁਰਮ ਨਾ ਵਧਣ, ਮਤਲਬ ਕਿ ਪੀਸ ਰਵੇ, ਹਰੇਕ ਕਿਤੇ ਪਿਆਰ ਰਵੇ। ਇਸ ਲਈ ਤਾਂ ਐਜੂਕੇਸ਼ਨ ਦਿੱਤੀ ਜਾਂਦੀ ਹੈ। ਨਾ ਐਜੂਕੇਸ਼ਨ ਇਸ ਲਈ ਨਹੀਂ ਹੁੰਦੀ ਕਿ ਆਪਾਂ ਇਹ ਗੱਲ ਕਰੀਏ ਕਿ ਉਹ ਬੱਚੇ ਨੂੰ ਨੌਕਰੀ ਮਿਲ ਜਾਏ। ਨੌਕਰੀ ਤਾਂ ਚਲੋ ਜਿਹੜੇ ਬੱਚੇ ਘੱਟ ਪੜ੍ਹੇ ਲਿਖੇ ਹੁੰਦੇ ਆ ਉਹ ਵੀ ਬਿਜ਼ਨਸ ਕਰਕੇ ਕੰਮ ਤਾਂ ਕਰ ਹੀ ਲੈਂਦੇ ਨੇ, ਜਾਂ ਕਿਤੇ ਨੌਕਰੀ ਕਰਕੇ ਕਰ ਹੀ ਲੈਂਦੇ ਨੇ। ਐਜੂਕੇਸ਼ਨ ਦਾ ਕੀ ਮਤਲਬ ਹੁੰਦਾ ਹੈ ਕਿ ਬੱਚੇ ਇਸ ਤਰ੍ਹਾਂ ਦੇ ਐਥਿਕਸ, ਇਸ ਤਰ੍ਹਾਂ ਦੇ ਗਿਆਨ ਦਿੱਤਾ ਜਾ ਸਕੇ ਕਿ ਬੱਚਾ ਕਿਸੇ ਗਲਤ ਰਸਤੇ ਨਾ ਜਾਵੇ, ਠੀਕ ਹੈ। ਕੋਈ ਡਰਿੰਕ ਨਾ ਕਰੇ, ਕੋਈ ਸਮੋਕ ਨਾ ਕਰੇ, ਇਸ ਤੋਂ ਬੱਚੇ। ਇਸ ਨਾਲ ਫਰਕ ਕੀ ਪੈਂਦਾ? ਬੱਚੇ ਦਾ ਨੁਕਸਾਨ ਤਾਂ ਹੁੰਦਾ ਹੀ ਹੈ, ਉਹਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦਾ ਵੀ ਨੁਕਸਾਨ ਹੁੰਦਾ। ਭਾਵੇਂ ਉਹ 'ਚ ਪਰਿਵਾਰ ਆ ਜਾਂਦਾ, ਭਾਵੇਂ ਉਹਦੇ ਫਰੈਂਡਸ ਆ ਜਾਂਦੇ ਆ, ਸਮਝ ਗਏ। ਉਸ ਤੋਂ ਬਾਅਦ ਡੀਵੀ ਜੋਨ, ਪੂਰਾ ਨਾਮ ਕੀ ਹੈ? ਡੀਵੀ ਜੋਨ ਨੇ ਪ੍ਰਗਤੀਸ਼ੀਲ ਸਿੱਖਿਆ ਦੇ ਵਿਕਾਸ ਵਿੱਚ ਕਿਹੜੇ ਦੋ ਤੱਤਾਂ ਨੂੰ ਮਹੱਤਵਪੂਰਨ ਮੰਨਿਆ ਹੈ? ਰੁਚੀ ਅਤੇ ਕੋਸ਼ਿਸ਼, ਠੀਕ ਹੈ। ਕੋਸ਼ਿਸ਼ ਕਰਨੀ ਅਤੇ ਰੁਚੀ, ਦੋਨੋਂ ਚੀਜ਼ਾਂ ਜੇ ਮਿਲ ਜਾਣ ਤਾਂ ਫਿਰ ਮੈਜਿਕ ਹੀ ਮੈਜਿਕ ਹੈ, ਠੀਕ ਹੈ। ਕੋਸ਼ਿਸ਼ ਨਾਲ ਤੁਸੀਂ ਰਿਵੀਜ਼ਨ ਵੀ ਜੋੜ ਲਓ, ਠੀਕ ਹੈ। ਇਹਦੇ ਨਾਲ ਫਿਰ ਤਾਂ ਮੈਜਿਕ ਹੈ। ਇਹਨਾਂ ਤਿੰਨਾਂ ਚੀਜ਼ਾਂ ਨੂੰ ਜਿਹੜਾ ਕੋਈ ਸਮਝ ਗਿਆ, ਉਹ ਉਸ ਦੀ ਕਹਾਣੀ ਨਹੀਂ ਰੁਕਦੀ ਫਿਰ। ਡਨ। ਗਲਤੀ ਕਰਨ ਵਾਲੇ ਬੱਚਿਆਂ ਪ੍ਰਤੀ ਅਧਿਆਪਕ ਨੂੰ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ? ਪਿਆਰ ਅਤੇ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ। ਕਿਵੇਂ ਆਉਣਾ ਚਾਹੀਦਾ? ਪਿਆਰ ਅਤੇ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ। ਉਸ ਤੋਂ ਬਾਅਦ 1919 ਦੇ ਪ੍ਰਗਤੀਸ਼ੀਲ ਸਿਧਾਂਤ ਵਿੱਚ ਕਿਸ ਗੱਲ 'ਤੇ ਜ਼ੋਰ ਦਿੱਤਾ ਗਿਆ ਸੀ? ਡਨ। ਉਸ ਵਕਤ ਧਿਆਨ ਕੇਂਦਰਿਤ ਕਰਨਾ ਵੱਲ ਧਿਆਨ ਦਿੱਤਾ ਗਿਆ ਸੀ, ਠੀਕ ਹੈ। ਬੱਚੇ ਦੀ ਮਤਲਬ ਕਿ ਉਸਦੀ ਕੌਨਸਨਟ੍ਰੇਸ਼ਨ ਪਾਵਰ ਜਿਹੜੀ ਉਸ ਨੂੰ ਵਧਾਉਣ ਦੀ ਗੱਲ ਕੀਤੀ ਗਈ ਸੀ। ਧਿਆਨ ਕੇਂਦਰਿਤ ਕਰਨਾ ਯਾਨੀ ਕਿ ਉਸਦੀ ਅਟੈਂਸ਼ਨ ਰੱਖਣੀ ਬੱਚੇ ਦੀ। ਬੱਚਾ ਜੋ ਕਰ ਰਿਹਾ ਉਸਦਾ ਓਬਜ਼ਰਵੇਸ਼ਨ ਬਹੁਤ ਜ਼ਰੂਰੀ ਹੈ। ਸਾਡੀ ਓਬਜ਼ਰਵੇਸ਼ਨ ਪਾਵਰ ਇੰਨੀ ਘੱਟ ਹੁੰਦੀ ਹੈ ਕਿ ਸਾਨੂੰ ਬਾਰ-ਬਾਰ ਪੜ੍ਹਨਾ ਪੈਂਦਾ। ਜੇ ਆਪਾਂ ਕਿਸੇ ਇੱਕ ਚੀਜ਼ ਨੂੰ ਓਬਜ਼ਰਵ ਕਰ ਲਈਏ ਤਾਂ ਉਹਨੂੰ ਧਾਰ ਲਈ ਅੰਦਰ, ਸਾਨੂੰ ਬਾਰ-ਬਾਰ ਨਹੀਂ ਪੜ੍ਹਨਾ ਪਏਗਾ। ਡਨ। ਗਿੱਝ ਭਾਈ ਵਧੇਕਾ ਨੇ 1920 ਵਿੱਚ ਕਿਸ ਚੀਜ਼ ਦੀ ਸਥਾਪਨਾ ਕੀਤੀ ਸੀ? ਬਾਲ ਮੰਦਰ ਨਾਮਕ ਸੰਸਥਾ ਦੀ ਸਥਾਪਨਾ ਕੀਤੀ ਸੀ। ਮੋਸਟ ਇੰਪੋਰਟੈਂਟ ਯਾਦ ਰੱਖਣਾ। 1920 ਵਿੱਚ ਗਿੱਝ ਭਾਈ ਵਧੇਕਾ ਦੁਆਰਾ ਸਥਾਪਿਤ ਬਾਲ ਮੰਦਰ ਕੇਂਦਰ ਬਿੰਦੂ ਕੀ ਸੀ? ਬਾਲ ਵਿਕਾਸ, ਠੀਕ ਹੈ, ਬਾਲਕ ਦਾ ਵਿਕਾਸ ਹੋਣਾ। ਓਕੇ, ਸੋ ਇਹ ਸੀ ਅੱਜ ਦੇ ਆਪਣੇ ਕੁਐਸਚਨ, ਠੀਕ ਹੈ। ਹੁਣ ਤੁਸੀਂ ਕਹੋਗੇ ਇਸ ਵਿੱਚ ਜਿਵੇਂ ਸਰਬਪੱਖੀ ਵਿਕਾਸ, ਉਹਨਾਂ ਦੀ ਇੰਗਲਿਸ਼ ਜ਼ਰੂਰ ਦੱਸਣੀ ਹੈ, ਤਾਂ ਤੁਹਾਨੂੰ ਆਉਣ ਵਾਲੇ ਲੈਕਚਰਾਂ ਵਿੱਚ ਜ਼ਰੂਰ ਮਿਲੇਗੀ, ਠੀਕ ਹੈ। ਵੈਸੇ ਇਸ ਵਿੱਚ ਕੋਈ ਔਖਾ ਨਹੀਂ ਕਿ ਸਰਬਪੱਖੀ ਵਿਕਾਸ ਕੀ ਹੁੰਦਾ ਹੈ। ਡਨ। ਤੁਹਾਨੂੰ ਸਮਝ ਆਉਂਦੀ ਹੀ ਹੋਏਗੀ, ਠੀਕ ਹੈ। ਜੇ ਨਹੀਂ ਵੀ ਸਮਝ ਆਉਂਦੀ ਤਾਂ ਤੁਸੀਂ ਚਿੰਤਾ ਨਹੀਂ ਕਰਨੀ, ਜਿਵੇਂ ਤੁਹਾਨੂੰ ਕਿਹਾ ਅਸੀਂ ਤੁਹਾਡੇ ਵਾਂਗ ਹੀ ਚੱਲਾਂਗੇ। ਡਨ। ਕਹਿੰਦੇ ਨਾ ਅਧਿਆਪਕ ਇੱਕ ਤਰ੍ਹਾਂ ਦਾ ਕੌਣ ਹੁੰਦਾ? ਸੇਵਕ ਹੀ ਹੁੰਦਾ। ਸੋ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਚੱਲਾਂਗੇ। ਬਸ ਤੁਸੀਂ ਇੱਕ ਦੋ ਲੈਕਚਰ ਕੋਆਪਰੇਟ ਕਰ ਲਓ ਤਾਂ ਪਤਾ ਗੱਲ ਇਹ ਹੋ ਜਾਂਦੀ ਹੈ ਕਿ ਸਾਨੂੰ ਜਦੋਂ ਅਸੀਂ ਆਪ ਬਣਾਉਂਦੇ ਹਾਂ ਲੈਕਚਰਸ, ਠੀਕ ਹੈ, ਤਾਂ ਜਿਹੜਾ ਕੰਟੈਂਟ ਆ ਉਹ ਚੁਣ ਕੇ ਪਾਉਣਾ ਪੈਂਦਾ। ਜਿਵੇਂ ਕੁਐਸਚਨ ਆਏ ਮੈਨੂੰ ਚੁਣ ਕੇ ਪਾਉਣੇ ਪਏ, ਤਾਂ ਇੱਕ ਵੀ ਕੁਐਸਚਨ ਤੁਹਾਡਾ ਜਿਹੜਾ ਉਹ ਨਾ ਹੋਵੇ, ਮਤਲਬ ਟਾਈਮ ਵੇਸਟ ਵਾਲਾ ਨਾ ਹੋਵੇ। ਜਿਵੇਂ ਇਸ ਤਰ੍ਹਾਂ ਦੇ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਆ, ਜਿਵੇਂ 33 ਕੁਐਸਚਨ ਦੇਖੋ, ਡਨ, 32 ਕੁਐਸਚਨ, ਇਹ ਮੈਨੂੰ ਲੱਭਣੇ ਪੈਣੇ ਸੀ ਕੁਐਸਚਨ,
ਦੈਨ ਤਾਂ ਉਸ ਵਿੱਚ ਕਈ ਵਾਰੀ ਟੈਕਸਟ ਮਿਸਟੇਕ ਹੋ ਜਾਂਦੀ ਹੈ, ਤਾਂ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਵੀ ਦਿੰਦਾ ਕਿ ਕਿੱਥੇ ਮਿਸਟੇਕ ਹੈ। ਡਨ। ਤੁਸੀਂ ਚਿੰਤਾ ਬਿਲਕੁਲ ਨਹੀਂ ਕਰਨੀ, ਇਸ ਵਿੱਚ ਤੁਸੀਂ 360 ਡਿਗਰੀ ਵਿਊ ਦੇਖੋਗੇ। ਹਾਲੇ ਤਾਂ ਆਪਾਂ ਸਿਰਫ MC ਯੂਜ਼ ਕਰ ਰਹੇ ਹਾਂ, ਹਾਲੇ ਵੀ ਆਪਾਂ ਬਹੁਤ ਕੁਝ ਕਰਨਾ ਹੈ। ਡਨ। ਬਾਕੀ ਐਗਜ਼ਾਮ ਉੱਪਰ ਹੈ ਕਿ ਐਗਜ਼ਾਮ ਕਦ ਹੁੰਦਾ ਹੈ। ਜੇ ਐਗਜ਼ਾਮ ਥੋੜ੍ਹਾ ਕੁ ਲੇਟ ਹੋਇਆ ਤਾਂ ਇਸਦੀ ਤਿਆਰੀ ਤਾਂ ਤੁਹਾਨੂੰ ਮੇਰੇ ਵੱਲੋਂ ਤਾਂ ਪੱਕੀ ਹੋਏਗੀ। ਡਨ। ਮੈਂ ਉਹਦਾ ਪੂਰਾ 360 ਡਿਗਰੀ ਵਿਊ ਦੇਣ ਦੀ ਕੋਸ਼ਿਸ਼ ਕਰਾਂਗਾ। ਓਕੇ, ਸੋ ਥੈਂਕ ਯੂ ਵੈਰੀ ਮੱਚ। ਡਨ। ਅਤੇ ਇੱਕ ਹੋਮਵਰਕ ਦੇਣਾ ਤੁਹਾਨੂੰ ਮੈਂ। ਡਨ। ਇੱਕ ਹੋਮਵਰਕ ਦੇਣਾ ਕਿ ਤੁਸੀਂ ਮੈਨੂੰ ਮਨੋਵਿਗਿਆਨਿਕ ਦੇ ਉੱਪਰ ਕੁਝ ਕੁ ਵਿਦਵਾਨਾਂ ਦੇ ਨਾਮ ਮੈਨੂੰ ਦੱਸਿਓ। ਠੀਕ ਹੈ, ਜਾਂ ਤਾਂ ਲੱਭਿਓ, ਪਤਾ ਲਗਾਇਓ ਕਿ ਆਪਣੇ ਵਰਲਡ ਵਿੱਚ ਕਿਹੜੇ ਕਿਹੜੇ ਫੇਮਸ ਵਿਦਵਾਨ ਨੇ। ਡਨ। ਸੋ ਥੈਂਕ ਯੂ ਵੈਰੀ ਮੱਚ। ਟੇਕ ਕੇਅਰ। ਹੈਲੋ ਐਵਰੀਵਨ, ਅੱਜ ਅਸੀਂ ਚਾਈਲਡ ਡਿਵੈਲਪਮੈਂਟ ਦਾ ਲੈਕਚਰ 8ਵਾਂ ਦੇਖਾਂਗੇ। ਇਸ ਵਿੱਚ ਜਿਹੜਾ ਆਪਣਾ ਟੌਪਿਕ ਰਹੇਗਾ ਬਹੁ-ਕਾਰਕ ਬੁੱਧੀ ਸਿਧਾਂਤ ਰਹੇਗਾ, ਯਾਨੀ ਕਿ ਮਲਟੀਪਲ ਡਾਇਮੈਂਸ਼ਨ ਇੰਟੈਲੀਜੈਂਸ ਬਾਰੇ ਗੱਲ ਕਰਾਂਗੇ। ਡਨ। ਪਹਿਲਾ ਕੁਐਸਚਨ ਦੇਖੋ, ਬਹੁਤ ਸਾਰੇ ਲੋਕ ਕਈ ਕੰਮਾਂ ਵਿੱਚ ਮਾਹਿਰ ਹੁੰਦੇ ਹਨ, ਦੱਸੋ ਕਿਉਂ? ਕਿਉਂਕਿ ਬੁੱਧੀ ਦੇ ਬਹੁ ਕਾਰਕ ਹੋਏ ਕਾਰਨ, ਯਾਨੀ ਕਿ ਉਸ ਵਿੱਚ ਕੈਪੇਬਿਲਿਟੀ ਹੁੰਦੀ ਹੈ ਮਲਟੀਪਲ ਡਾਇਮੈਂਸ਼ਨ ਇੰਟੈਲੀਜੈਂਸ ਦੀ, ਜਿਹਦੇ ਕਰਕੇ ਉਹ ਐਕਸਪਰਟੀਜ਼ ਬਣ ਜਾਂਦੇ ਨੇ। ਡਨ। ਕਾਫੀ ਕੰਮਾਂ 'ਚ ਐਕਸਪਰਟੀਜ਼ ਬਣ ਸਕਦੇ ਨੇ, ਆਲਰਾਊਂਡਰ ਬਣ ਜਾਂਦੇ ਨੇ, ਕਿਉਂਕਿ ਉਹਨਾਂ 'ਚ ਇਸ ਤਰ੍ਹਾਂ ਦੀ ਕੈਪੇਬਿਲਿਟੀ ਹੁੰਦੀ ਹੈ, ਇਸ ਤਰ੍ਹਾਂ ਦਾ ਉਹਨਾਂ ਦੇ ਵਿੱਚ ਗੁਣ ਹੁੰਦਾ। ਬੁੱਧੀ ਟੈਸਟ ਦੀ ਵਿਧੀ ਕਿਸ ਦੀ ਦੇਣ ਹੈ? ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਇਹ ਹੈਗੀ ਆਪਣੀ ਸਟੈਨਫੋਰਡ ਬਿਨੇ ਦੀ ਦੇਣ ਹੈ। ਜੇ ਬੱਚਾ ਆਪਣੇ ਤੋਂ ਛੋਟੇ ਬੱਚਿਆਂ ਦਾ ਟੈਸਟ ਪਾਸ ਕਰਨ ਦੀ ਸਮਰੱਥਾ ਰੱਖੇ ਤਾਂ ਉਸ ਦੀ ਬੁੱਧੀ ਕਿਹੜੀ ਹੁੰਦੀ ਹੈ? ਉਸ ਦੀ ਬੁੱਧੀ ਘੱਟ ਬੁੱਧੀ ਹੁੰਦੀ ਹੈ, ਯਾਨੀ ਕਿ ਆਪਣੀ ਉਮਰ ਦੇ ਬੱਚਿਆਂ ਦਾ ਟੈਸਟ ਨਹੀਂ ਪਾਸ ਕਰ ਪਾ ਰਿਹਾ, ਛੋਟੇ ਬੱਚਿਆਂ ਦਾ ਕਰ ਪਾ ਰਿਹਾ। ਠੀਕ ਹੈ, ਆਪਣੇ ਤੋਂ ਘੱਟ ਉਮਰ ਦਾ। ਜੇ ਬੱਚਾ ਆਪਣੀ ਉਮਰ ਦੇ ਹਿਸਾਬ ਨਾਲ ਟੈਸਟ ਪਾਸ ਕਰੇ ਤਾਂ ਉਸ ਨੂੰ ਆਪਣੀ ਸਧਾਰਨ ਬੁੱਧੀ ਨਾਲ ਜਾਣਿਆ ਜਾਏਗਾ ਕਿ ਇਹਦੀ ਨੋਰਮਲ ਬੁੱਧੀ ਹੈ, ਯਾਨੀ ਕਿ ਨੋਰਮਲ ਹੈ। ਠੀਕ ਹੈ। ਜੇ ਬੱਚਾ ਆਪਣੇ ਤੋਂ ਵੱਧਰੀ ਉਮਰ ਦਾ ਕਰੇ ਤਾਂ ਇਸ ਮਤਲਬ ਬਹੁਤ ਤੇਜ਼ ਬੁੱਧੀ ਹੈ, ਮਹਾਨ ਬੁੱਧੀ ਹੈ। ਡਨ। ਯਾਨੀ ਕਿ ਜਿਵੇਂ ਆਪਾਂ ਨੇ 3 Idiots 'ਚ ਦੇਖਿਆ ਸੀ। ਡਨ। ਉਸ ਵਿੱਚ ਜਿਵੇਂ 6ਵੀਂ ਕਲਾਸ ਦਾ ਬੱਚਾ 9ਵੀਂ ਕਲਾਸ ਦੇ ਸਵਾਲ ਸੋਲਵ ਕਰ ਰਿਹਾ ਸੀ। ਇਹ ਕੁਐਸਚਨ ਤੁਸੀਂ ਰਹਿਣ ਦਿਓ। ਠੀਕ ਹੈ, ਇਹ ਵੀ ਰਹਿਣ ਦਿਓ, 7ਵਾਂ 8ਵਾਂ ਰਹਿਣ ਦਿਓ। ਠੀਕ ਹੈ। ਹੁਣ ਅੱਗੋਂ 9ਵਾਂ ਕੁਐਸਚਨ ਦੇਖਦੇ ਹਾਂ। ਆਮ ਉਮਰ ਕਿਹੜੀ ਹੁੰਦੀ ਹੈ ਜਨਮ ਤੋਂ ਲੈ ਕੇ, ਮਤਲਬ ਕਿ ਆਮ ਉਮਰ ਆਪਣੀ ਕਿਹੜੀ ਹੁੰਦੀ ਹੈ? ਜਨਮ ਤੋਂ ਗਿਣੀ ਜਾਂਦੀ ਹੈ। ਠੀਕ ਹੈ, ਵੱਧਦੀ ਪਤਾ ਲੱਗਦਾ ਜਨਮ ਤੋਂ ਲੈ ਕੇ, ਜਦੋਂ ਇੱਕ ਪਹਿਲੇ ਤਾਂ ਜਿਵੇਂ 2000 'ਚ ਜਨਮਿਆ ਤਾਂ 2001 'ਚ ਉਹਦਾ 1 ਸਾਲ ਹੋ ਜਾਏਗਾ। ਮਾਨਸਿਕ ਉਮਰ ਯਾਨੀ ਕਿ ਮੈਂਟਲ ਏਜ ਕਿਹੜੀ ਹੁੰਦੀ ਹੈ? ਜਦੋਂ ਬੱਚਾ ਆਪਣੇ ਤੋਂ ਵੱਡੀ ਜਾਂ ਛੋਟੀ ਪ੍ਰੀਖਿਆ ਦਾ ਕੰਮ ਕਰੇ ਤਾਂ ਉਸ ਨੂੰ ਮਾਨਸਿਕ ਉਮਰ ਕਿਹਾ ਜਾਂਦਾ ਹੈ। ਠੀਕ ਹੈ, ਆਪਣੇ ਤੋਂ ਵੱਡੀ ਜਾਂ ਛੋਟੀ ਪ੍ਰੀਖਿਆ ਦਾ ਕੰਮ ਕਰੇ ਉਸ ਨੂੰ ਆਪਾਂ ਮਾਨਸਿਕ ਉਮਰ ਕਹਿੰਦੇ ਹਾਂ। ਬੌਧਿਕ ਵਿਕਾਸ ਕਦੋਂ ਤੋਂ ਸ਼ੁਰੂ ਹੁੰਦਾ ਹੈ? ਬੌਧਿਕ ਵਿਕਾਸ ਆਪਣਾ ਜਨਮ ਤੋਂ ਹੀ ਸਟਾਰਟ ਹੋ ਜਾਂਦਾ ਹੈ। ਬੌਧਿਕ ਵਿਕਾਸ ਬੱਚੇ ਜਾਂ ਆਦਮੀ ਵਿੱਚ ਕਦੋਂ ਤੱਕ ਹੁੰਦੀ ਹੈ? ਠੀਕ ਹੈ, ਬੌਧਿਕ ਵਿਕਾਸ ਕਦੋਂ ਤੱਕ ਹੁੰਦੀ ਹੈ? ਜਨਮ ਤੋਂ ਉੱਤਰ ਬਾਲ ਅਵਸਥਾ ਤੱਕ। ਕਿਹੜੀ ਅਵਸਥਾ? ਉੱਤਰ ਬਾਲ ਅਵਸਥਾ। ਇਹ ਤੁਹਾਨੂੰ ਮੈਨੂੰ ਦੱਸਣਾ ਉੱਤਰ ਬਾਲ ਅਵਸਥਾ ਕਿਹੜੀ ਹੁੰਦੀ ਹੈ, ਤੁਹਾਨੂੰ ਮੈਂ ਦੱਸਿਆ ਹੋਇਆ ਪਹਿਲੇ। ਬੌਧਿਕ ਵਿਕਾਸ ਕਦੋਂ ਰੁਕ ਜਾਂਦਾ ਹੈ? ਉੱਤਰ ਬਾਲ ਅਵਸਥਾ ਦੇ ਅੰਤ ਤੱਕ ਜਾਂ ਪ੍ਰੌੜ ਅਵਸਥਾ ਦੇ ਸ਼ੁਰੂਆਤ ਤੱਕ ਇਹ ਰੁਕ ਜਾਂਦਾ ਹੈ। ਡਨ। ਤੁਹਾਨੂੰ ਪ੍ਰੌੜ ਅਵਸਥਾ ਦੱਸ ਦਿੰਦਾ, ਇਹ ਹੁੰਦਾ ਅਡਲਟਹੁੱਡ। ਕਿਹੜਾ ਹੁੰਦਾ? ਅਡਲਟਹੁੱਡ। ਤੁਹਾਨੂੰ ਪਤਾ ਹੀ ਹੋਏਗਾ ਅਡਲਟਹੁੱਡ ਕਿਹੜੀ ਸਟੇਜ ਹੁੰਦੀ ਹੈ, ਮੈਂ ਤੁਹਾਨੂੰ ਦੱਸ ਚੁੱਕਾ ਪਹਿਲੇ ਲੈਕਚਰ ਵਿੱਚ। ਡਨ। ਥੋਰਮਡਾਇਕ ਅਨੁਸਾਰ ਬੁੱਧੀ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਬੁੱਧੀ ਦੀਆਂ 3 ਕਿਸਮਾਂ ਹੁੰਦੀਆਂ ਹਨ। ਠੀਕ ਹੈ, ਕਿੰਨੀਆਂ ਕਿਸਮਾਂ ਹੁੰਦੀਆਂ ਹਨ? 3 ਕਿਸਮਾਂ ਹੁੰਦੀਆਂ ਹਨ। ਅਤੇ ਉਹ ਕਿਹੜੀਆਂ ਕਿਸਮਾਂ ਹਨ? ਅਮੂਰਤੀ ਬੁੱਧੀ ਯਾਨੀ ਕਿ ਐਬਸਟਰੈਕਟ ਇੰਟਲੈਕਟ ਹੋ ਸਕਦੀ ਹੈ, ਮੂਰਤ ਬੁੱਧੀ ਹੋ ਸਕਦੀ ਹੈ, ਸਮਾਜਿਕ ਬੁੱਧੀ ਹੋ ਸਕਦੀ ਹੈ। ਡਨ। ਇਹ 3 ਤਰੀਕੇ ਨਾਲ ਬੁੱਧੀ ਹੁੰਦੀ ਹੈ। ਡਨ। ਉਸ ਤੋਂ ਕਹਿੰਦੇ ਸਮਾਜਿਕ ਬੁੱਧੀ ਕਿਹੜੀ ਹੁੰਦੀ ਹੈ? ਸਮਾਜਿਕ ਬੁੱਧੀ ਹੁੰਦੀ ਹੈ ਆਪਣੇ ਆਪ ਨੂੰ ਸਮਾਜ ਦੇ ਅਨੁਕੂਲ ਵਿਅਸਤ ਰੱਖਣ ਦੀ ਵਿਧੀ। ਠੀਕ ਹੈ, ਯਾਨੀ ਕਿ ਸੋਸ਼ਲਾਈਜੇਸ਼ਨ। ਥਰਸਟਨ ਅਨੁਸਾਰ ਬੁੱਧੀ ਦੀਆਂ ਯੋਗਤਾਵਾਂ ਕਿੰਨੀਆਂ ਹਨ? 9 ਯੋਗਤਾਵਾਂ ਹਨ। ਕਿੰਨੀਆਂ ਹਨ? 9 ਯੋਗਤਾਵਾਂ ਹਨ। ਥਰਸਟਨ ਅਨੁਸਾਰ ਬੁੱਧੀ ਦੀ ਯੋਗਤਾਵਾਂ ਕਿਹੜੀਆਂ ਹਨ? ਹੇਠ ਲਿਖਿਆ ਆਪਾਂ ਕਹਿ ਸਕਦੇ ਹਾਂ, ਕੁਐਸਚਨ ਥੋੜ੍ਹਾ ਮਿਸਪ੍ਰਿੰਟ ਹੈ, ਤੁਹਾਨੂੰ ਮੈਂ ਅਗਲੇ ਲੈਕਚਰ 'ਚ ਪ੍ਰੋਵਾਈਡ ਕਰਾਂਗਾ 18ਵਾਂ ਕੁਐਸਚਨ, ਤੁਸੀਂ ਰਹਿਣ ਦਿਓ। ਠੀਕ ਹੈ। ਗਾਰਡਨ ਅਨੁਸਾਰ ਬੁੱਧੀ ਦੇ ਕਿੰਨੇ ਪ੍ਰਕਾਰ ਹਨ? ਗਾਰਡਨ ਅਨੁਸਾਰ ਬੁੱਧੀ ਦੇ 8 ਪ੍ਰਕਾਰ ਹਨ। ਠੀਕ ਹੈ, ਅਤੇ ਗਾਰਡਨ ਅਨੁਸਾਰ ਬੁੱਧੀ ਦੇ ਪ੍ਰਕਾਰ ਕਿਹੜੇ ਹਨ? ਜੇ ਆਪਾਂ 8 ਪ੍ਰਕਾਰ ਹਨ। ਠੀਕ ਹੈ, ਅਤੇ ਆਪਾਂ ਜੇ 3 ਪ੍ਰਕਾਰ ਦੀ ਗੱਲ ਕਰੀਏ, ਇੱਕ ਹੁੰਦਾ ਸਥਾਨ ਬੁੱਧੀ, ਇੱਕ ਹੁੰਦਾ ਭਾਸ਼ਾਈ ਬੁੱਧੀ, ਇੱਕ ਹੁੰਦਾ ਗਾਇਨ ਬੁੱਧੀ, ਯਾਨੀ ਕਿ ਇੱਕ ਹੁੰਦਾ ਲੋਕਲ ਇੰਟੈਲੀਜੈਂਸ, ਇੱਕ ਹੁੰਦਾ ਲਿੰਗੁਇਸਟਿਕ ਇੰਟੈਲੀਜੈਂਸ, ਇੱਕ ਹੁੰਦਾ ਸਿੰਗਿੰਗ ਵਿਜ਼ਡਮ। ਦੈਨ ਬਾਕੀ ਜਿਹੜੀਆਂ ਬੁੱਧੀ ਨੇ ਉਹ ਤੁਹਾਨੂੰ ਮੈਨੂੰ ਦੱਸਣੀ, ਤੁਹਾਡੇ ਲਈ ਹੋਮਵਰਕ ਹੈ। ਠੀਕ ਹੈ। ਗਾਰਡਨ ਅਨੁਸਾਰ ਗੂਗਲ ਕਰੋ, ਜਿਵੇਂ ਮਰਜ਼ੀ ਕਰੋ। ਬੱਚੇ ਨੂੰ ਨਾਗਰਿਕ ਬਣਨ, ਠੀਕ ਹੈ, ਰਾਣੇ ਦੀ ਨਾ ਟੈਕਸਟ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਉਹ ਕਮਾਂਡ ਚੱਕਦਾ ਹੀ ਨਹੀਂ, ਵਿੱਚ ਕੀ ਸਹਾਈ ਹੁੰਦਾ? ਬੱਚੇ ਨੂੰ ਨਾਗਰਿਕ ਬਣਨ ਵਿੱਚ ਆਰੰਭਿਕ ਪਾਠਕ੍ਰਮ ਸਹਾਇਕ ਹੁੰਦਾ, ਜੋ ਬੇਸ ਹੁੰਦਾ ਜਿਹੜਾ ਹੁੰਦਾ ਉਹੀ ਉਸ ਨੂੰ ਨਾਗਰਿਕ ਬਣਨ ਵਿੱਚ ਸਹਾਇਕ ਹੁੰਦਾ। ਠੀਕ ਹੈ, ਜੋ ਪ੍ਰਾਇਮਰੀ ਸਟੇਜ ਹੁੰਦੀ ਹੈ, ਪ੍ਰਾਇਮਰੀ ਸੈਕੰਡਰੀ ਜਿਹੜੀ ਸਟੇਜ ਹੁੰਦੀ ਹੈ ਉਹ ਬਹੁਤ ਗੱਲਬਾਤ ਬਣਾਉਂਦੀ ਹੈ। ਯਾਨੀ ਕਿ ਤੁਸੀਂ ਲਾ ਲਓ
ਹਾਈ ਸਕੂਲ ਤੱਕ ਜਿਹੜਾ ਬੱਚਾ ਹੁੰਦਾ ਉਹੀ ਬੱਚੇ ਨੂੰ ਪਤਾ ਲੱਗਦਾ ਹੈ, ਉਹਦੀ ਵੈਲਿਊ ਬਣਦੀ ਹੈ। ਉਹੀ ਬੱਚਾ ਮਤਲਬ ਫਿਊਚਰ ਦਿਖ ਜਾਂਦਾ ਬੱਚੇ ਦਾ ਕਿ ਬੱਚਾ ਕਿਹੜੀ ਸਾਈਡ ਜਾਏਗਾ। ਲੜਕਾ ਲੜਕੀ ਵਿੱਚ ਅੰਤਰ ਕਿਸ ਆਧਾਰ 'ਤੇ ਹੁੰਦਾ ਹੈ? ਲੜਕਾ ਵਿੱਚ ਸਰੀਰਿਕ, ਇੱਕ ਤਾਂ ਸਰੀਰਿਕ ਹੁੰਦਾ ਹੈ, ਨੋਰਮਲੀ ਪਤਾ ਹੀ ਹੈ, ਬਾਕੀ ਬੁੱਧੀ ਦੇ ਆਧਾਰ 'ਤੇ ਵੀ ਹੁੰਦਾ ਹੈ। ਠੀਕ ਹੈ। ਲੜਕੀਆਂ ਨਾਲੋਂ ਲੜਕਿਆਂ ਵਿੱਚ ਬੁੱਧੀ ਦਾ ਵਿਕਾਸ ਜ਼ਿਆਦਾ ਹੁੰਦਾ ਹੈ, ਕਿਉਂ? ਵੈਸੇ ਮੈਂ ਇਸ ਚੀਜ਼ ਨੂੰ ਇੰਨਾ ਮੰਨਦਾ ਨਹੀਂ ਹੈ, ਬਟ ਇੱਕ ਜੇ ਆਪਾਂ ਗੱਲ ਕਰੀਏ ਕੀ ਨਾਮ ਹੈ ਮਤਲਬ ਜੋ ਇੱਕ ਪ੍ਰੋਗਰਾਮਿੰਗ ਇੱਕ ਬੈਠੀ ਵੀ ਹੈ ਸਬਜੈਕਟਿਵ ਵਾਈਸ ਕਿ ਆਪਣੀ ਗੱਲ ਲਿਖੀ ਹੋਈ ਹੈ, ਉਸ ਗੱਲ ਦੇ ਉੱਪਰ ਹੁੰਦਾ ਕਿਉਂਕਿ ਲੜਕੀਆਂ ਵਿੱਚ ਤਰਕ ਦੀ ਜ਼ਿਆਦਾ ਬ੍ਰਿਧੀ ਹੁੰਦੀ ਹੈ। ਠੀਕ ਹੈ। ਹੁਣ ਤਰਕ ਦੀ ਵੀ ਜ਼ਿਆਦਾ ਵਿਧੀ ਕਿਉਂ ਹੁੰਦੀ ਹੈ, ਹੁਣ ਇਸ ਬਾਰੇ ਮੈਂ ਐਕਸਪਲੇਨ ਨਹੀਂ ਕਰ ਸਕਦਾ ਡਨ, ਕਿਉਂਕਿ ਇਹ ਚੀਜ਼ ਤੁਹਾਨੂੰ ਪਤਾ ਹੀ ਹੋਏਗੀ। ਕੋਮਲ ਸਰੀਰ, ਕਿਉਂਕਿ ਇਹ ਗੱਲ ਤਾਂ ਸਾਰਿਆਂ ਨੂੰ ਪਤਾ ਹੀ ਹੈ। ਓਕੇ, ਮਤਲਬ ਕਿ ਕਿਹਾ ਜਾਂਦਾ, ਬਟ ਮੈਂ ਇਸ ਨੂੰ ਮੰਨਦਾ ਨਹੀਂ ਹਾਂ। ਮੈਂ ਤਾਂ ਇਹ ਮੰਨਦਾ ਕਿ ਭਾਵੇਂ ਕੋਈ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ, ਦਿਮਾਗ ਸੇਮ ਹੀ ਹੁੰਦਾ। ਸਮਝ ਗਏ? ਕੋਮਲ ਸਰੀਰ ਅਤੇ ਕੋਮਲ ਮਨ ਕਿਸ ਦਾ ਹੁੰਦਾ ਹੈ? ਜ਼ਿਆਦਾਤਰ ਲੜਕੀਆਂ ਦਾ ਹੁੰਦਾ ਹੈ। ਠੀਕ ਹੈ, ਮੈਂ ਇਸ ਗੱਲ ਨੂੰ ਜ਼ਿਆਦਾ ਮੰਨਦਾ। ਡਨ। ਇਹ ਇੱਕ ਬਣਾਈ ਹੋਈ ਅਵਸਥਾ ਹੈ ਜਿਹਦੇ ਕਰਕੇ ਸਾਨੂੰ ਇਹ ਚੀਜ਼ ਯਾਦ ਕਰਨੀ ਪਏਗੀ। ਉੱਥੇ ਕੁਝ ਹੋਰ ਨਾ ਲਿਖਾ ਆਉਣਾ, ਕਿਉਂਕਿ ਉੱਥੇ ਇਹੀ ਚੀਜ਼ ਦਿੱਤੀ ਹੁੰਦੀ ਹੈ। ਸਮਝ ਗਏ? ਪ੍ਰਸ਼ਨ ਉੱਤਰ ਮੈਂ ਤੁਹਾਨੂੰ ਵੈਸੇ ਇੱਕ ਜਨਰਲ ਟੌਪਿਕ 'ਚ ਗੱਲ ਕਰ ਰਿਹਾ। ਠੀਕ ਹੈ। ਸਿੱਖਣ ਪ੍ਰਕਿਰਿਆ ਵਿੱਚ ਕਿਸ 'ਤੇ ਨਿਰਭਰ ਹੁੰਦੀ ਹੈ? ਸਿੱਖਣ ਪ੍ਰਕਿਰਿਆ ਕਿਸ 'ਤੇ ਨਿਰਭਰ ਹੁੰਦੀ ਹੈ? ਬੁੱਧੀ ਦੇ ਉੱਪਰ ਨਿਰਭਰ ਕਰਦੀ ਹੈ। ਕੋਈ ਆਦਮੀ ਬੁੱਧੀ ਦਾ ਪ੍ਰਯੋਗ ਕਦੋਂ ਕਰਦਾ ਹੈ? ਵੱਖ ਵੱਖ ਹਾਲਾਤਾਂ ਵਿੱਚ ਕਰਦਾ ਹੈ। ਜਿਵੇਂ ਕੋਈ ਸਿਚੁਏਸ਼ਨ ਆ ਜਾਏ ਉਸ ਵੇਲੇ ਹੀ ਕਰਦਾ ਉਹ। ਡਨ। ਚੈਲੰਜਸ ਆ ਜਾਣ ਉਸ ਵਕਤ ਬੁੱਧੀ ਦਾ ਪ੍ਰਯੋਗ ਕਰੇਗਾ, ਕਿਵੇਂ ਨਿਕਲਣਾ ਇਸ ਚੈਲੰਜ ਤੋਂ। ਮੁਸੀਬਤ ਵਿੱਚ ਆਦਮੀ ਕਿਸ ਚੀਜ਼ ਦਾ ਪ੍ਰਯੋਗ ਸਿੱਖਣਾ 'ਤੇ ਕਰਦਾ ਹੈ? ਠੀਕ ਹੈ। ਮੁਸੀਬਤ ਵਿੱਚ ਸਭ ਤੋਂ ਜ਼ਿਆਦਾ ਪ੍ਰਯੋਗ ਆਪਣੀ ਬੁੱਧੀ ਦਾ ਹੀ ਕਰਦਾ ਹੈ। ਠੀਕ ਹੈ। ਮਤਲਬ ਕਿ ਇੱਕ ਐਸੀ ਚੀਜ਼ ਹੈ ਕਿ ਮੰਨ ਲਓ ਕਿ ਤੁਸੀਂ ਜੇ ਇਮੋਸ਼ਨਲ ਇੰਟੈਲੀਜੈਂਸ ਨਹੀਂ ਹੋ ਤਾਂ ਤੁਸੀਂ ਆਪਣੀ ਬੁੱਧੀ ਦਾ ਆਪਣਾ ਬੁੱਧੀ ਨਾਲ ਆਪਣਾ ਨੁਕਸਾਨ ਪਹੁੰਚਾ ਸਕਦੇ ਹੋ ਅਤੇ ਆਪਣੇ ਆਲੇ ਦੁਆਲੇ ਲੋਕਾਂ ਦਾ ਨੁਕਸਾਨ ਪਹੁੰਚਾ ਸਕਦੇ ਹੋ। ਜੇ ਤੁਸੀਂ ਇਮੋਸ਼ਨਲ ਇੰਟੈਲੀਜੈਂਸ ਹੋ ਤੁਹਾਨੂੰ ਨੁਕਸਾਨ ਘੱਟ ਪਹੁੰਚੇਗਾ ਅਤੇ ਤੁਹਾਡੀ ਬੁੱਧੀ ਦਾ ਸਹੀ ਪ੍ਰਯੋਗ ਹੋਏਗਾ। ਜ਼ਿਆਦਾ ਸਹਿਣਸ਼ੀਲ, ਮੈਂ ਨਾਣਾ ਆਪੇ ਦੇਖ ਲੈਣਾ ਸੀ, ਦਾ ਗੁਣ ਕਿਸ ਵਿੱਚ ਜ਼ਿਆਦਾ ਹੁੰਦਾ ਹੈ? ਔਰਤਾਂ ਵਿੱਚ ਜ਼ਿਆਦਾ ਹੁੰਦਾ। ਇਹ ਗੱਲ ਤਾਂ ਮੈਂ ਮੰਨਦਾ। ਪਹਿਲੀਆਂ ਤਾਂ ਗੱਲਾਂ ਚਲੋ ਮੈਂ ਨਹੀਂ ਮੰਨੀਆਂ, ਇਹ ਗੱਲ ਤਾਂ ਮੈਂ ਮੰਨਦਾ ਕਿ ਪੇਸ਼ੈਂਸ ਲੈਵਲ ਜ਼ਿਆਦਾ ਹੁੰਦਾ। ਬੱਚਾ ਸਕੂਲੋਂ ਭੱਜ ਜਾਂਦਾ ਹੈ ਜਾਂ ਕੰਮ ਪੂਰਾ ਨਹੀਂ ਕਰਦਾ ਤਾਂ ਉਹ ਅਧਿਆਪਕ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਗਾਉਂਦਾ ਹੈ। ਕਈ ਵਾਰ ਤਾਂ ਅਧਿਆਪਕ ਵੀ ਬਹਾਨੇਬਾਜ਼ੀ ਸਮਝ ਆਉਂਦਾ ਹੈ। ਉਸ ਸਮੇਂ ਬੱਚੇ ਅਤੇ ਅਧਿਆਪਕ ਕਿਸ ਚੀਜ਼ ਦਾ ਪ੍ਰਯੋਗ ਕਰ ਰਿਹਾ ਹੁੰਦਾ ਹੈ? ਦੇਖੋ, ਇੱਕ ਸਿਚੁਏਸ਼ਨ ਪਾਤੀ ਉਹਨਾਂ ਨੇ ਅਤੇ ਇਹਦਾ ਆਨਸਰ ਬਿਲਕੁਲ ਨੋਰਮਲ ਹੈ ਅਤੇ ਪ੍ਰਸ਼ਨ ਇੰਨਾ ਵੱਡਾ ਰੱਖਦਾ। ਸੋ ਇਸ ਤਰ੍ਹਾਂ ਦੇ ਕੁਐਸਚਨ ਵੀ ਪੁੱਛੇ ਜਾ ਸਕਦੇ ਨੇ। ਤੁਹਾਨੂੰ ਲੱਗੇਗਾ ਯਾਰ ਇੰਨਾ ਆਸਾਨ ਥੋੜ੍ਹਾ ਹੋਏਗਾ। ਠੀਕ ਹੈ, ਹੋਏਗਾ ਨੋਰਮਲੀ ਕੁਐਸਚਨ, ਆਪਾਂ ਨੇ ਸਿਰਫ ਓਬਜ਼ਰਵ ਕਰਨਾ ਹੁੰਦਾ। ਸੋ ਇਹ ਹੋਏਗਾ ਬੁੱਧੀ ਦਾ। ਠੀਕ ਹੈ। ਉਸ ਤੋਂ ਬਾਅਦ ਬੁੱਧੀ ਟੈਸਟ ਨਾਲ ਕੀ ਹੁੰਦਾ ਹੈ? ਵਿਅਕਤੀਤਵ ਸਪਸ਼ਟ ਹੁੰਦਾ, ਯਾਨੀ ਕਿ ਬੁੱਧੀ ਟੈਸਟ ਨਾਲ ਉਹਦੀ ਪਰਸਨੈਲਿਟੀ ਬਾਰੇ ਪਤਾ ਲੱਗਦਾ। ਸਮਝ ਗਏ? ਬੱਚੇ ਵਿੱਚ ਸਿੱਖਣਾ, ਲਗਨ, ਗਲਤੀਆਂ, ਅਭਿਆਸ, ਸੁਧਾਰ ਆਦਿ ਦੇ ਗੁਣ ਕਿਵੇਂ ਆਉਂਦੇ ਹਨ? ਗੁਣ ਕਿਵੇਂ ਆਉਂਦੇ ਹਨ? ਦਿਮਾਗ ਨਾਲ ਹੀ ਆਉਂਦੇ ਹਨ। ਠੀਕ ਹੈ। ਉਹ ਆਪਣੇ ਦਿਮਾਗ ਦੀ ਯੂਜ਼ ਨਾਲ ਸਿੱਖੇਗਾ। ਠੀਕ ਹੈ। ਕੋਈ ਗਲਤੀਆਂ ਵੀ ਕਰੇਗਾ, ਅਭਿਆਸ ਵੀ ਕਰੇਗਾ ਅਤੇ ਸੁਧਾਰ ਵੀ ਲਿਆਏਗਾ। ਪ੍ਰਤਿਭਾਸ਼ਾਲੀ ਬੱਚੇ ਘੱਟ ਸਮੇਂ ਵਿੱਚ ਵੱਧ ਸਿੱਖਦੇ ਹਨ। ਇਸ ਦਾ ਗੱਲ ਕਿਉਂ ਪਤਾ ਲੱਗਦਾ ਹੈ? ਪ੍ਰਤਿਭਾਸ਼ਾਲੀ ਵਿਅਕਤੀ ਜੇ ਘੱਟ ਸਮੇਂ ਜ਼ਿਆਦਾ ਸਿੱਖਦੇ ਹਨ, ਇਹ ਸਾਨੂੰ ਬੁੱਧੀ ਟੈਸਟ ਦੁਆਰਾ ਹੀ ਪਤਾ ਲੱਗਦਾ ਹੈ। ਤਾਂ ਹੀ ਪਤਾ ਲਗਾ ਸਕਦਾ, ਕੋਈ ਅੰਤਰਯਾਮੀ ਥੋੜ੍ਹਾ ਹੁੰਦਾ। ਖੋਜਾਂ ਲਈ ਸਭ ਤੋਂ ਵੱਧ ਕਿਸ ਦੀ ਲੋੜ ਹੁੰਦੀ ਹੈ? ਜਿਹੜੇ ਖੋਜੀ ਹੁੰਦੇ ਹੈ, ਠੀਕ ਹੈ, ਮਤਲਬ ਕੋਈ ਕਿਸੇ ਚੀਜ਼ ਦੀ ਖੋਜ ਕਰਦੇ ਨੇ, ਉਹ ਉਹਨਾਂ ਦੀ ਬੁੱਧੀ ਦੀ ਲੋੜ ਹੁੰਦੀ ਹੈ। ਠੀਕ ਹੈ। ਉਹਨਾਂ ਨੇ ਆਪਣੀ ਬੁੱਧੀ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਹੋਇਆ। ਕਈ ਵਾਰੀ ਛੋਟੀ ਉਮਰ ਦੇ ਬੱਚੇ ਵੀ ਵੱਡੀਆਂ ਵੱਡੀਆਂ ਖੋਜਾਂ ਕਰਦੇ ਹਨ ਤਾਂ ਉਹਨਾਂ ਦੀ ਮਾਨਸਿਕ ਉਮਰ ਕਿਸ 'ਤੇ ਨਿਰਭਰ ਕਰਦੀ ਹੈ? ਬੁੱਧੀ 'ਤੇ। ਠੀਕ ਹੈ। ਉਹਨਾਂ ਦੀ ਮਾਨਸਿਕ ਉਮਰ ਕਿਸ 'ਤੇ ਨਿਰਭਰ ਕਰਦੀ ਹੈ? ਬੁੱਧੀ 'ਤੇ। ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ, ਵਿਰਾਟ ਕੋਹਲੀ ਤੁਸੀਂ ਸਾਰੇ ਜਾਣਦੇ ਹੋਣੇ। ਦੈਨ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਮਤਲਬ ਕਿ ਜਿਹੜਾ ਤੁਹਾਡਾ ਕਰੀਅਰ ਹੈ, ਤੁਹਾਨੂੰ ਸ਼ੁਰੂਆਤ ਤੋਂ ਹੀ ਆਪਣੇ ਆਪ ਨੂੰ ਕੰਸਿਸਟੈਂਟ ਰੱਖਿਆ, ਐਸਾ ਕੀ ਕਾਰਨ ਸੀ ਤੁਹਾਡੇ ਵਿੱਚ ਤੁਸੀਂ ਆਪਣੇ ਆਪ ਨੂੰ ਕੰਸਿਸਟੈਂਟ ਰੱਖਿਆ, ਯਾਨੀ ਕਿ ਤੁਹਾਨੂੰ ਹਮੇਸ਼ਾ ਮੈਰਿਟ 'ਤੇ ਖੇਲਿਆ, ਐਸਾ ਕੀ ਕਾਰਨ ਸੀ? ਤਾਂ ਉਸਨੇ ਇੱਕੋ ਹੀ ਚੀਜ਼ ਕਹੀ, ਕਹਿੰਦਾ ਮੈंने ਕਦੀ ਆਪਣੀ ਮਤਲਬ ਆਪਣੀ ਮਾਨਸਿਕ ਨੂੰ, ਯਾਨੀ ਕਿ ਮੇਰੀ ਜਿਹੜੀ ਬੁੱਧੀ ਹੈ ਉਸ ਨੂੰ ਮੈਂ ਡਿਸਟਰੈਕਟ ਨਹੀਂ ਹੋਣ ਦਿੱਤਾ, ਯਾਨੀ ਕਿ ਉਹਦੇ ਨਾਲ ਮੈਂ ਡਿਸਓਨੈਸਟੀ ਨਹੀਂ ਵਰਤੀ ਕਿ ਜਦੋਂ ਮਤਲਬ ਮੈਂ ਕਦੀ ਵੀ ਆਪਣੀ ਬੁੱਧੀ ਦਾ ਗਲਤ ਯੂਜ਼ ਨਹੀਂ ਕੀਤਾ। ਸਮਝ ਰਹੇ? ਕਿ ਮੈंने ਜ਼ਿਆਦਾ ਟਾਈਮ ਆਪਣੇ ਕਿਸ ਵਿੱਚ ਲਾਇਆ? ਆਪਣੀ ਬੁੱਧੀ ਦੀ ਸਟਰੈਂਥ ਕਰਨ ਵਿੱਚ ਲਾਇਆ। ਤਾਂ ਉਹਦੇ ਤੁਸੀਂ ਇਹ ਸੋਚ ਸਕਦੇ ਹੋ ਕਿ ਬੁੱਧੀ ਦਾ ਵਿਗਾੜਿਆ ਕਿਵੇਂ ਜਾ ਸਕਦਾ। ਇਹ ਤੁਸੀਂ ਖੁਦ ਸੋਚ ਸਕਦੇ ਹੋ। ਇਹ ਤੁਹਾਡੇ ਲਈ ਅੱਜ ਦੇ ਲਈ ਤੁਹਾਨੂੰ ਇੱਕ ਕੁਐਸਚਨ ਦਿੰਦਾ ਮੈਂ, ਤੁਸੀਂ ਸੋਚੋ ਕਿ ਬੁੱਧੀ ਨੂੰ ਕਿਸ ਤਰ੍ਹਾਂ ਵਿਗਾੜਿਆ ਜਾ ਸਕਦਾ। ਠੀਕ ਹੈ। ਚੋਰ, ਡਾਕੂ, ਉਗਰਵਾਦੀ ਜੁਰਮ ਕਰਨ ਲਈ ਸਭ ਤੋਂ ਵੱਧ ਕਿਸ ਦਾ ਪ੍ਰਯੋਗ ਕਰਦੇ ਹਨ? ਬੁੱਧੀ ਦਾ ਹੀ। ਬੁੱਧੀ ਨਾਲ ਹੀ ਚੋਰੀ ਹੁੰਦੀ ਹੈ ਜਨਾਬ। ਡਾਕੂ ਬਣਦਾ ਇਨਸਾਨ, ਬੁੱਧੀ ਦਾ ਹੀ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ। ਬੁੱਧੀ ਆਪਣੇ ਆਪ 'ਚ ਹੈ, ਉਹਦਾ ਭਾਵੇਂ ਤੁਸੀਂ ਪੋਜ਼ੀਟਿਵ ਯੂਜ਼ ਕਰ ਲਓ ਭਾਵੇਂ ਨੈਗੇਟਿਵ ਯੂਜ਼ ਕਰ ਲਓ। ਪੁਲਿਸ ਬੁੱਧੀ ਦਾ ਪ੍ਰਯੋਗ ਜ਼ਿਆਦਾ ਕਦੋਂ ਕਰਦੀ ਹੈ? ਜਦੋਂ ਉਹਨੇ ਚੋਰਾਂ ਜਾਂ ਮੁਜਰਿਮ ਨੂੰ ਫੜਨਾ ਹੁੰਦਾ।
क्वेश्चन याद करना, इस तरह के क्वेश्चन ना ਤੁਹਾਨੂੰ ਉੱਥੇ ਜਾ ਕੇ ਕਨਫਿਊਜ਼ ਹੋ ਜਾਓਗੇ। ਚੋਰਾਂ ਨੂੰ ਫੜਨ ਲਈ ਪੁਲਿਸ ਬੁੱਧੀ ਦਾ ਪ੍ਰਯੋਗ ਕਿਵੇਂ ਕਰਦੀ ਹੈ? ਭੇਸ ਬਦਲ ਕੇ ਜਾਂ ਤਫਤੀਸ਼ ਜਾਂ ਸ਼ੱਕੀ ਥਾਵਾਂ 'ਤੇ ਛਾਪੇ ਮਾਰ ਕੇ। ਸਪੀਅਰਮੈਨ, ਠੀਕ ਹੈ, ਸਪੀਅਰਮੈਨ ਅਨੁਸਾਰ ਬੁੱਧੀ ਦੀਆਂ ਮਾਨਸਿਕ ਯੋਗਤਾਵਾਂ ਕਿੰਨੀਆਂ ਹਨ? 9 ਹਨ। ਡਨ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਅਧਿਆਪਕ ਨੂੰ ਵਿਦਿਆਰਥੀ ਵਿੱਚ ਬਹੁਕਾਰਕੀ ਗੁਣੀ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ? ਜਦੋਂ ਬੱਚਾ ਕਈ ਕੰਮਾਂ ਵਿੱਚ ਮਾਹਿਰ ਹੋਵੇ, ਠੀਕ ਹੈ, ਤਾਂ ਹੀ ਉਹਦੀ ਮਲਟੀਪਲ ਡਾਇਮੈਂਸ਼ਨ ਇੰਟੈਲੀਜੈਂਸ ਬਾਰੇ ਪਤਾ ਲੱਗਦਾ। ਬੁੱਧੀ ਟੈਸਟਾਂ ਦਾ ਨਿਰਮਾਤਾ ਕੌਣ ਹੈ? ਕੌਣ ਨਿਰਮਾਤਾ ਸੀ? ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਬਿਨੇ ਸੀ। ਇਹਦਾ ਪੂਰਾ ਨਾਮ ਦੱਸੋ ਮੈਨੂੰ, ਦੱਸੋ, ਉੱਪਰ ਨਹੀਂ ਦੇਖਣਾ ਤੁਹਾਨੂੰ, ਹੁਣੀ ਦੱਸੋ ਮੈਨੂੰ ਕੀ ਨਾਮ ਸੀ। ਬੌਧਿਕ ਵਿਕਾਸ ਕਦੋਂ ਬਦਲਦਾ? ਉਮਰ ਦੇ ਹਿਸਾਬ ਸਿਰ ਬਦਲਦਾ ਰਹਿੰਦਾ। ਬੁੱਧੀ ਦੇ ਇਕਾਈ ਸਿਧਾਂਤ ਦਾ ਨਿਰਮਾਤਾ ਕੌਣ ਹੈ? ਉਹ ਹੈਗਾ ਸਟਰਨ। ਕੌਣ ਹੈ? ਸਟਰਨ। ਦੇਹ ਕਾਰਕ ਸਿਧਾਂਤ ਬਾਰੇ ਬਿਊਰੀ ਕਿਸ ਨੇ ਦਿੱਤੀ ਹੈ? ਠੀਕ ਹੈ, ਉਹ ਦਿੱਤੀ ਹੈ ਸਪੀਅਰਮੈਨ ਨੇ। ਬੱਚੇ ਵਿੱਚ ਸੋਚਣ ਯੋਗਤਾ ਕਿਸ ਕਾਰਨ ਹੁੰਦੀ ਹੈ? ਬੁੱਧੀ ਕਾਰਨ ਹੁੰਦੀ। ਕਿਸ ਕਾਰਨ ਹੁੰਦੀ ਹੈ? ਬੁੱਧੀ ਕਾਰਨ ਹੁੰਦੀ ਹੈ। ਪ੍ਰਾਕਿਰਤਿਕ ਬੁੱਧੀ ਯਾਨੀ ਕਿ ਨੈਚੁਰਲ ਇੰਟੈਲੀਜੈਂਸ ਕੀ ਹੁੰਦੀ ਹੈ? ਨੈਚੁਰਲ ਇੰਟੈਲੀਜੈਂਸ ਦੱਸੋ ਕੀ ਹੁੰਦੀ ਹੈ? ਕਹਿੰਦੇ ਜਦੋਂ ਆਦਮੀ ਸੰਸਾਰ ਦੀ ਭੌਤਿਕ ਸਮਾਨਤਾਵਾਂ ਅਤੇ ਅਸਮਾਨਤਾਵਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ, ਠੀਕ ਹੈ, ਮਤਲਬ ਕਿ ਉਹਨੂੰ ਜੋ ਪਤਾ ਲੱਗ ਜਾਂਦਾ, ਠੀਕ ਹੈ, ਜਦੋਂ ਉਹਨੂੰ ਆਪਣੇ ਆਲੇ ਦੁਆਲੇ ਦੀ ਜਿਹੜੀ ਭੌਤਿਕ ਸਮਾਨਤਾਵਾਂ ਦਾ ਜਦੋਂ ਉਹਨੂੰ ਅਹਿਸਾਸ ਹੋ ਜਾਂਦਾ, ਜੋ ਉਸ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਜਾਂਦਾ, ਤਾਂ ਉਸ ਵਕਤ ਉਹ ਇਹ ਜਿਹੜੀ ਆਪਣੀ ਨੈਚੁਰਲ ਇੰਟੈਲੀਜੈਂਸ ਹੈ ਉਹਦੀ ਸਮਰੱਥਾ ਬਾਰੇ ਉਹਨੂੰ ਪਤਾ ਲੱਗ ਜਾਂਦਾ, ਯਾਨੀ ਕਿ ਉਹਦੇ ਬਾਰੇ ਦੇਖਣ ਲੱਗ ਜਾਂਦਾ ਕਿ ਹਾਂ ਭਾਈ ਇਸ ਬੰਦੇ ਨੂੰ ਪਤਾ ਲੱਗ ਗਿਆ ਕਿਹੜੀ ਚੀਜ਼ਾਂ ਸਮਾਨਤਾਵਾਂ ਨੇ, ਕਿਹੜੀਆਂ ਅਸਮਾਨਤਾਵਾਂ ਨੇ। ਵਿਅਕਤੀ ਦੇ ਪ੍ਰਤੀਕ ਚਿੰਨ੍ਹਾਂ ਸ਼ਬਦਾਂ ਨਾਲ ਸੰਬੰਧਿਤ ਬੁੱਧੀ ਕਿਹੜੀ ਹੁੰਦੀ ਹੈ? ਉਹ ਹੁੰਦੀ ਹੈ, ਤੁਹਾਨੂੰ ਮੂਰਤ ਉੱਪਰ ਦੱਸੇ ਸੀ ਨਾ, ਉਸ ਵਿੱਚ ਅਮੂਰਤੀ ਬੁੱਧੀ ਕਿਹੜੀ ਹੁੰਦੀ ਹੈ? ਪ੍ਰਤੀਕ ਚਿੰਨ੍ਹਾਂ ਸ਼ਬਦਾਂ ਨਾਲ ਸੰਬੰਧਿਤ ਜਿਹੜੀ ਬੁੱਧੀ ਹੁੰਦੀ ਹੈ ਉਹ ਹੁੰਦੀ ਹੈ ਅਮੂਰਤ ਬੁੱਧੀ ਹੁੰਦੀ ਹੈ। ਥਰਟਨ ਅਨੁਸਾਰ ਬੁੱਧੀ ਦੇ ਸਿਧਾਂਤ ਕਿਹੜੇ ਹਨ? ਬੁੱਧੀ ਦੇ ਸਿਧਾਂਤ ਯੋਗਤਾ ਵਾਲੇ ਹਨ, ਠੀਕ ਹੈ, ਸ਼ਾਬਦਿਕ ਯੋਗਤਾ ਹੋ ਸਕਦੀ ਹੈ, ਤਰਕ ਯੋਗਤਾ ਯਾਨੀ ਕਿ ਲਿਟਰਲ ਐਬਿਲਿਟੀ, ਇਹਨਾਂ ਸਾਰਿਆਂ ਨੂੰ ਆਪਾਂ ਬੁੱਧੀ ਦੇ ਸਿਧਾਂਤ ਮੰਨਦਾ ਹੈ ਥਰਟਨਸਨ। ਤਰਕ ਯੋਗਤਾ ਜਿਹੜੀ ਰੀਜ਼ਨਿੰਗ ਐਬਿਲਿਟੀ ਹੁੰਦੀ ਹੈ, ਤਰਕ ਯੋਗਤਾ ਕਿਹਨੂੰ ਕਹਿੰਦੇ ਆ? ਰੀਜ਼ਨਿੰਗ ਐਬਿਲਿਟੀ ਨੂੰ ਕਹਿੰਦੇ ਆ। ਕਿਸ ਨੇ ਦਿੱਤਾ? ਥਰਟਨਸਨ ਨੇ ਦਿੱਤਾ। ਤੁਹਾਨੂੰ ਉੱਪਰ ਦੱਸ ਚੁੱਕਾ ਉਹਦੇ ਕਿਹੜੇ ਸਿਧਾਂਤ ਸੀ? ਯੋਗਤਾ, ਸ਼ਾਬਦਿਕ ਯੋਗਤਾ, ਤਰਕ ਯੋਗਤਾ। ਥੋਰਨਾਈਡ ਅਨੁਸਾਰ ਬੁੱਧੀ ਦੇ ਸਿਧਾਂਤ ਕਿਹੜੇ ਹਨ? ਉੱਪਰ ਵੀ ਤੁਹਾਨੂੰ ਪੁੱਛਿਆ ਸੀ ਇੱਕ ਵਾਰੀ, ਮੂਰਤ, ਅਮੂਰਤ, ਸਮਾਜਿਕ ਬੁੱਧੀ। ਦੈਨ ਉਸ ਤੋਂ ਕਹਿੰਦੇ ਦ੍ਰਿਸ਼ ਯੋਗਤਾ ਯਾਨੀ ਕਿ ਵਿਜ਼ਿਬਿਲਿਟੀ ਅਤੇ ਪ੍ਰਤੱਖ ਯੋਗਤਾ ਯਾਨੀ ਕਿ ਅਪੈਰੈਂਟ ਐਬਿਲਿਟੀ ਕਿਸ ਦਾ ਸਿਧਾਂਤ ਨੇ? ਕਿਸ ਦੇ ਸਿਧਾਂਤ ਨੇ? ਕਹਿਣ ਦਾ ਭਾਵ ਇਹ ਹੈ ਕਿ ਥਰਟਨਸਨ ਦੇ ਸਿਧਾਂਤ ਨੇ। ਕਿਸ ਦੇ ਸਿਧਾਂਤ ਨੇ? ਥਰਟਨਸਨ ਦੇ ਸਿਧਾਂਤ ਨੇ। ਸੋ ਇਹ ਸੀ ਅੱਜ ਦੇ ਕੁਐਸਚਨ, ਠੀਕ ਹੈ। ਜੇ ਤੁਹਾਨੂੰ ਕਿੱਥੇ ਕੋਈ ਪ੍ਰੋਬਲਮ ਲੱਗੇ ਜ਼ਰੂਰ ਪੁੱਛਣਾ, ਪ੍ਰਸ਼ਨ ਕਰਨਾ, ਮਤਲਬ ਕਿ ਤੁਸੀਂ ਮੈਸੇਜ ਕਰ ਸਕਦੇ ਹੋ, ਮੈਂ ਤੁਹਾਨੂੰ 100% ਰਿਪਲਾਈ ਕਰਾਂਗਾ। ਡਨ। ਸੋ ਥੈਂਕ ਯੂ ਵੈਰੀ ਮਚ। ਅਤੇ ਜੋ ਹੋਮਵਰਕ ਦਿੱਤਾ ਉਹ ਤੁਸੀਂ ਜ਼ਰੂਰ ਕਰਨਾ। ਇੱਕ ਕੁਐਸਚਨ ਪੁੱਛਿਆ ਤੁਹਾਨੂੰ, ਉਸ ਦੇ ਵਿੱਚ ਤੁਹਾਨੂੰ ਮੈਨੂੰ ਦੱਸਣਾ, ਭਾਵੇਂ ਮੈਸੇਜ ਕਰਕੇ ਦੱਸੋ, ਭਾਵੇਂ ਜਿਵੇਂ ਮਰਜ਼ੀ ਦੱਸੋ। ਸੋ ਥੈਂਕ ਯੂ, ਟੇਕ ਕੇਅਰ।